ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਤੇ ਪੰਜਾਬਨਾਮਾ ਦੇ ਸੰਪਾਦਕ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਧੰਨਵਾਦ। ਸਮਦ ਸਾਹਿਬ, ਪਹਿਲਾ ਜਿਹੜਾ ਵਿਜੀਲੈਂਸ ਨੇ ਸਾਧੂ ਸਿੰਘ ਧਰਮਸੋਤ ਉਹਨਾਂ ਨੂੰ ਚੱਕਿਆ ਤੇ ਉਹਦੇ ਮਾਮਲੇ 'ਚ ਛਾਪੇਮਾਰੀ ਲਗਾਤਾਰ ਅੱਗੇ ਵੀ ਜਾਰੀ ਹੈ। ਕਈ ਘੰਟਿਆਂ ਬੰਦੀ ਵਿਜੀਲੈਂਸ ਨੇ ਉਹਨਾਂ ਦੇ ਘਰ 'ਚ ਛਾਪਾ ਮਾਰਿਆ, ਉਹਨਾਂ ਦੇ ਸਹਿਯੋਗੀ ਜਿਹੜੇ OSD ਸੀਗੇ ਉੱਥੇ ਛਾਪਾ ਮਾਰਿਆ। ਖੰਗਾਲਿਆ ਤਾਂ ਬਹੁਤ ਕੁਝ ਜਾ ਰਿਹਾ ਹੈ, ਪਰ ਇਸ ਕੇਸ ਨੂੰ ਕਿਤੇ ਸਟੈਂਡ ਵੀ ਕੀਤਾ ਜਾਏਗਾ ਜਾਂ ਨਹੀਂ? ਜਿਵੇਂ ਬਾਕੀ ਕੇਸਾਂ 'ਚ ਵਿਜੀਲੈਂਸ ਪਹਿਲਾਂ ਵੀ ਛਾਪੇ ਮਾਰਦੀ ਰਹੀ ਹੈ, ਪਹਿਲਾਂ ਵੀ ਬਹੁਤ ਕੁਝ ਹੁੰਦਾ ਰਿਹਾ, ਕੇਸ ਦਰਜ ਹੋ ਜਾਂਦੇ ਨੇ, ਬੰਦਾ ਥੋੜਾ ਚਿਰ ਜੇਲ੍ਹ ਦੇ ਵਿੱਚ ਕੱਢ ਕੇ ਆ ਜਾਂਦਾ, ਉਸ ਤੋਂ ਬਾਅਦ ਅਦਾਲਤਾਂ 'ਚ ਕੇਸ ਲਟਕਦੇ ਰਹਿੰਦੇ ਨੇ। ਮਾਨ ਸਰਕਾਰ ਦੀ ਇਸ ਕਾਰਵਾਈ ਨੂੰ ਕਿਸ ਢੰਗ ਨਾਲ ਦੇਖਿਆ ਜਾਏ? ਦੇਖੋ, ਮਾਨ ਸਾਹਿਬ ਦੀ ਸਰਕਾਰ ਨੇ ਜਦੋਂ ਸਾਧੂ ਸਿੰਘ ਧਰਮਸੋਤ ਨੂੰ ਰਾਤ ਨੂੰ 3 ਵਜੇ ਸਵੇਰੇ ਘਰੋਂ ਚੱਕਿਆ, ਉਹਦਾ ਮਤਲਬ ਇਹ ਹੁੰਦਾ ਕਿ ਕੋਈ ਬਹੁਤ ਵੱਡਾ ਕ੍ਰਿਮੀਨਲ ਭੱਜਣ ਵਾਲਾ ਹੁੰਦਾ ਜਾਂ ਅਬਸਕੌਂਡਿੰਗ ਹੁੰਦਾ, ਉਹਨੂੰ ਚੱਕਣਾ ਹੁੰਦਾ। ਪੋਲੀਟੀਕਲ ਬੰਦੇ ਨੂੰ ਕਦੇ ਇਸ ਤਰ੍ਹਾਂ ਚੱਕਦੇ ਨਹੀਂ ਦੇਖਿਆ ਗਿਆ ਕਿ ਰਾਤ ਨੂੰ 3 ਵਜੇ। ਉਹ ਕਿਹੜਾ ਕੋਈ ਭੱਜ ਰਿਹਾ ਸੀ, ਕਿਤੇ ਇੱਥੇ ਬੈਠਾ ਸੀਗਾ। ਦੂਸਰੀ ਗੱਲ ਬਿਲਕੁਲ ਦਰੁਸਤ ਫਰਮਾਈ ਹੈ ਤੁਸੀਂ ਕਿ ਵਿਜੀਲੈਂਸ ਨੇ ਬਾਦਲ ਪਰਿਵਾਰ ਦੇ ਖਿਲਾਫ ਵੀ ਕੇਸ ਕਰ ਲਏ, ਕੈਪਟਨ ਦੇ ਖਿਲਾਫ ਵੀ ਕੇਸ ਕਰ ਲਏ, ਪਰ ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ। ਤਾਂ ਫਿਰ ਅਸੀਂ ਇਹ ਕਿਵੇਂ ਸਮਝ ਲਈਏ ਕਿ ਇਹਦੇ ਤੇ ਸਜ਼ਾ ਇਕੱਲੀ ਧਰਮਸੋਤ ਨੂੰ ਜਾਂ ਜਿਹੜਾ ਉਹਨਾਂ ਤੋਂ ਬਾਅਦ ਵਿੱਚੋਂ ਮੰਤਰੀ ਬਣਿਆ ਸੀਗਾ ਉਹਨੂੰ ਵੀ ਫੜ ਲਿਆ ਗਿਆ, ਉਹਦੇ ਉੱਤੇ ਵੀ ਕੋਈ ਇਸ ਤਰ੍ਹਾਂ ਦੀ ਹੋਏਗੀ? ਜੇ ਐਡੀ ਕਾਰਵਾਈ ਕਰ ਰਹੀ ਸੀ ਸਰਕਾਰ, ਤਾਂ ਜਿਹੜਾ ਪਿਛਲਾ ਅਕਾਲੀ ਭਾਜਪਾ ਦਾ ਜੰਗਲਾਤ ਮੰਤਰੀ ਸੀ ਉਹ ਕਿਵੇਂ ਛੱਡਤੇ? ਉਹ ਭਾਜਪਾ ਦੇ ਕੋਲੇ ਸੀ, ਜਿਆਣੀ ਸਾਹਿਬ ਵੀ ਰਹੇ ਨੇ, ਉਹਨਾਂ ਦੀ ਕੋਈ ਰੌਲਾ ਫਰਾਲੀ ਨਹੀਂ ਹੋਈ। ਔਰ ਇਹ ਚੀਜ਼ਾਂ ਪੋਲੀਟੀਕਲੀ ਮੋਟੀਵੇਟਡ ਉਦੋਂ ਲੱਗਦੀਆਂ ਨੇ ਜਦੋਂ ਵੋਟਾਂ ਦੇ ਨੇੜੇ ਆ ਕੇ ਤੁਸੀਂ ਇਹ ਸਾਰਾ ਕੁਝ ਕਰ ਰਹੇ ਹੋ। ਔਰ ਤੁਸੀਂ ਸਿਰਫ ਜੰਗਲਾਤ ਦਾ ਥੋੜੇ ਜਿਹੇ ਕਰੋੜ ਦਾ ਹਿੱਸਾ ਕੱਢਿਆ, ਉਹ ਵੀ ਕਦੋਂ? ਜਦੋਂ WWICS ਦਾ ਮਾਲਕ ਤੇ ਉਹਦਾ ਮੁੰਡਾ ਖਬਰਾਂ ਚਾਹੁੰਦਾ, ਤੇ ਉਸ ਤੋਂ ਬਾਅਦ ਕਿਉਂਕਿ ਉਹਨਾਂ ਦਾ ਪੋਲੀਟੀਕਲ ਪ੍ਰੈਸ਼ਰ ਬਹੁਤ ਜ਼ਿਆਦਾ, ਉਹਨਾਂ ਦੇ ਉੱਪਰ ਕਿਤੇ ਸੂਈ ਨਾ ਜਾਵੇ। ਕਿਉਂਕਿ WWICS ਇੱਕ ਐਸੀ ਕੰਪਨੀ ਆ ਜਿਸਨੇ ਕਿੰਨੇ ਹੀ ਬੰਦਿਆਂ ਨੂੰ ਬਾਹਰ ਭੇਜਿਆ, ਔਰ ਜਿਹੜਾ ਉਹਨਾਂ ਦਾ ਵੀ ਕੰਮ ਕਰਨ ਦਾ ਤਰੀਕਾ ਉਹ ਵੀ ਕਿਸੇ ਬਹੁਤ ਅੱਖਾਂ ਬੰਦ ਕਰਕੇ ਭਰੋਸਾ ਕਰਨ ਵਾਲਾ ਨਹੀਂ ਹੈਗਾ। ਉਹਦੇ ਉੱਤੇ ਵੀ ਬਹੁਤ ਕੁਝ PILs ਪੈ ਚੁੱਕੇ ਨੇ, ਬੜੀਆਂ ਰਿਟ ਪਟੀਸ਼ਨ ਮੋਹਾਲੀ DC ਦੇ ਕੋਲੇ ਪਈਆਂ ਨੇ, ਬਟ ਉਹਨਾਂ ਦਾ ਪੋਲੀਟੀਕਲ ਪਾਵਰ ਇੰਨੀ ਜ਼ਿਆਦਾ। ਮੈਂ ਪਹਿਲਾਂ ਵੀ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਰ ਰਿਹਾ ਹੋਵੇ ਮੁੱਖ ਮੰਤਰੀ ਦਾ, ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਕਰ ਰਿਹਾ ਹੋਵੇ, WWICS ਦਾ ਫਰਜ਼ੰਦ ਜਿਹੜਾ ਅੱਜ ਸ਼ਿਕਾਇਤ ਕਰਤਾ ਹੈਗਾ ਉਹ ਹਮੇਸ਼ਾ CM ਦੇ ਘਰ ਬੈਠਾ ਹੁੰਦਾ। ਤੇ ਹੁਣ ਵੀ CM ਵੱਲੋਂ ਹੀ ਸਾਰੀ ਪਟੀਸ਼ਨ ਕੋਈ ਹੋ ਰਹੀ ਆ। ਕੀ ਮੰਨ ਲਈਏ ਕਿ ਉਹ ਫੇਰ ਇੱਕ ਇਸ ਮੁੱਖ ਮੰਤਰੀ ਦੇ ਘਰ ਵੜ ਗਏ ਨੇ? ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਧਰਮਸੋਤ ਦੇ ਉੱਪਰ ਲੱਗੇ ਇਲਜ਼ਾਮ ਝੂਠੇ ਨਹੀਂ ਹੈਗੇ, ਪਰ ਜੇਕਰ ਵਾਕਈ ਧਰਮਸੋਤ ਨੂੰ ਫੜਨਾ ਸੀਗਾ ਤਾਂ ਜਿਹੜੀ ਉਹਦੀ ਡਿਪਾਰਟਮੈਂਟ ਦੀ ਛੋਟੀ ਪ੍ਰਿੰਸੀਪਲ ਸੈਕਟਰੀ ਸੀਗੀ, ਉਹਨਾਂ ਨੇ ਜਿਹੜੀ ਉਹਦੇ ਤੇ ਇਨਕੁਆਇਰੀ ਕਰਵਾਈ ਸੀ 60 ਕਰੋੜ ਦੀ ਸਕਾਲਰਸ਼ਿਪਸ ਦੀ, ਉਹ ਕਿੱਥੇ ਗਈ? ਉਹ ਭਗਵੰਤ ਮਾਨ ਸਾਹਿਬ ਨੂੰ ਨਹੀਂ ਦਿਖ ਰਹੀ ਕਿ 60 ਕਰੋੜ ਉਹ ਦਲਿਤ ਭਾਈਚਾਰੇ ਦੇ ਬੱਚਿਆਂ ਦਾ ਖਾ ਗਿਆ? ਜਿੰਨਾ ਵੀ ਖਾ ਗਿਆ, 60 ਕਰੋੜ ਤਾਂ ਕਹਿੰਦੇ ਨੇ, ਗੱਲ ਤਾਂ 100 ਕਰੋੜ ਤੋਂ ਜ਼ਿਆਦਾ ਵੀ ਹੈਗੀ ਆ, ਪਤਾ ਚੱਲਦਾ ਹੈਗਾ। ਔਰ ਮੈਂ ਕਹਿੰਦਾ ਵੀ ਦੇਖੋ, ਜੰਗਲਾਤ ਵਿਭਾਗ ਵੀ ਕੇਂਦਰ ਸਰਕਾਰ ਦੇ ਕੋਲੇ ਆਉਂਦਾ ਬਹੁਤ ਹਿੱਸਾ, ਔਰ ਜਿਹੜੀ ਸਕਾਲਰਸ਼ਿਪ ਆਉਂਦੀ ਆ ਉਹ ਵੀ ਕੇਂਦਰ ਕੋਲੇ ਆਉਂਦਾ ਹੈਗਾ। ਸੋ ਇਹ ਦੋਨੋਂ ਹੀ ਕਿਤੇ ਨਾ ਕਿਤੇ ਜਿਹੜੇ ਧਾਗੇ ਹੈਗੇ ਨੇ ਕੇਂਦਰ ਨਾਲ ਜੁੜਦੇ ਨੇ। ਤਾਂ ਕਿਉਂ ਨਾ ਫਿਰ ਕੇਂਦਰ CBI ਦੀ ਜਾਂਚ ਕਰਵਾਵੇ ਇਹਦੇ ਤੇ, ਨਾਲੇ ਦੁੱਧ ਦਾ ਦੁੱਧ ਹੋ ਜਾਊਗਾ ਤੇ ਨਾਲੇ ਪਾਣੀ ਦਾ ਪਾਣੀ ਹੋ ਜਾਊਗਾ। ਪਰ ਜੇਕਰ CBI ਦੀ ਜਾਂਚ ਹੁੰਦੀ ਆ ਤਾਂ ਫਿਰ ਅਮਰਿੰਦਰ ਸਿੰਘ ਮੂਹਰੇ ਢਾਲ ਬਣ ਕੇ ਖੜ ਜਾਣਗੇ, ਫਿਰ ਸਾਧੂ ਸਿੰਘ ਧਰਮਸੋਤ ਨੂੰ ਕੁਝ ਨਹੀਂ ਹੋਵੇਗਾ। ਹਾਂ, ਇਹ ਗੱਲ ਜ਼ਰੂਰ ਮੇਰੀ ਗਿਣ ਲਓ ਕਿ ਕੋਸ਼ਿਸ਼ ਜ਼ਰੂਰ ਹੋਏਗੀ ਇਸ ਕੇਸ ਨੂੰ ਕੇਂਦਰ ਦਾ ਨਾਮ ਲੈ ਕੇ CBI ਦੇ ਹੱਥਾਂ ਵਿੱਚ ਲੈਣ ਦੀ, ਤਾਂ ਕਿ ਜੋ ਮਾਨ ਸਾਹਿਬ ਨੇ ਪੱਤਾ ਸਿੱਟਿਆ ਹੈਗਾ, ਕਿਉਂਕਿ ਸਿੱਧੂ ਮੂਸੇਵਾਲਾ ਸਾਹਿਬ ਦੀ ਜਿਹੜੀ ਡੈਥ ਹੁੰਦੀ ਹੈ, ਵੈਸੇ ਤਾਂ ਬਹੁਤ ਮਾੜੀ ਮੰਦਭਾਗੀ ਘਟਨਾ ਪੰਜਾਬ ਦੇ, ਜੇ ਆਪਾਂ ਵਿਰਸੇ ਨੂੰ ਇਤਿਹਾਸ ਨੂੰ ਲੈ ਕੇ ਦੇਖੀਏ, ਇਹੋ ਜਿਹੀ ਘਟਨਾ ਬਹੁਤ ਮਾੜੀ ਹੈਗੀ ਆ। ਪਰ ਉਹਦਾ ਸੰਗਰੂਰ ਜ਼ਿਮਨੀ ਚੋਣ ਦੇ ਉੱਪਰ ਇੰਨਾ ਵੱਡਾ ਅਸਰ ਪਿਆ ਕਿ ਨਾ ਚਾਹੁੰਦੇ ਹੋਏ ਭਗਵੰਤ ਮਾਨ ਹੋਰਾਂ ਨੂੰ ਆਪਣੀ ਭੈਣ ਨੂੰ ਛੱਡ ਕੇ ਇੱਕ ਦੂਸਰੇ ਬੰਦੇ ਨੂੰ, ਜਿਸ ਨੂੰ ਪੂਰੇ ਸੀਟ ਦੇ ਉੱਪਰ ਕੋਈ ਜਾਣਦਾ ਹੀ ਨਹੀਂ, ਔਰ ਉਹ ਵੀ ਘਰਾਚੋਂ ਗਈ, ਕਹਿੰਦੇ ਘਰਾਚੋਂ ਪਿੰਡ ਤੋਂ ਬਿਨਾਂ ਆਪਣੇ ਭਗਵੰਤ ਜੀ ਨੂੰ ਕੋਈ ਦਿਖਦਾ ਨਹੀਂ। 2 OSD ਲਾਏ ਹੋਏ ਨੇ, ਉਹ ਵੀ ਘਰਾਚੋਂ ਦੇ। MP ਦਾ ਬੰਦਾ ਆ ਰਿਹਾ, ਉਹ ਵੀ ਘਰਾਚੋਂ ਦਾ। ਕੀ ਗੱਲ ਵੀ ਬਾਕੀ ਸੰਗਰੂਰ ਸੀਟ ਦੇ ਉੱਪਰ ਕੋਈ ਹੋਰ ਪਿੰਡ ਨਹੀਂ, ਕੋਈ ਜਗ੍ਹਾ ਹੀ ਨਹੀਂ ਹੈਗੀ ਜਿੱਥੇ
ਮੁੱਖ ਮੰਤਰੀ ਸਾਹਿਬ ਦੀ ਨਜ਼ਰ ਪੈਂਦੀ ਹੈ ਕਿ ਸਿਰਫ ਘਰਾਂ ਚੋਂ ਹੀ ਦਿਖਦਾ ਹੈਗਾ ਉਹਨਾਂ ਨੂੰ। ਤਿੰਨ ਤਿੰਨ ਵੱਡੀਆਂ ਚੀਜ਼ਾਂ ਘਰਾਂ ਚੋਂ ਪਿੰਡ ਨੂੰ ਦੇ ਦਿੱਤੀਆਂ। ਇਹ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਕਰਦਾ ਹੈਗਾ। ਔਰ ਹੁਣ ਉਹ ਕਿਵੇਂ ਜਿੱਤਦਾ, ਉਦੋਂ ਤਾਂ ਉਹਨਾਂ ਦੀ ਹੁਣ ਜ਼ੋਰ ਲੱਗਿਆ ਹੋਇਆ ਕਿ ਅਸੀਂ ਬਜਟ ਲੈ ਕੇ ਆਉਣਾ ਹੈ 24 ਤੋਂ 23 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ। ਸੋ ਕੋਸ਼ਿਸ਼ ਹੋਏਗਾ ਕਿ ਵੋਟਾਂ ਦੇ ਵਿੱਚ ਜਿਹੜਾ ਪ੍ਰਚਾਰ ਹੋਣਾ ਉਹਦੇ ਵਿੱਚ ਬਜਟ ਦੀ ਝਲਕ ਦਿਖਾਈ ਜਾਏਗੀ, ਜਿਸ ਝਲਕ ਨੂੰ ਵਰਤ ਕੇ ਆਮ ਆਦਮੀ ਪਾਰਟੀ ਇੱਕ ਡਾਵਾਡੋਲ ਹੋਈ ਸੀਟ ਆ, ਉਹਨੂੰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਹਾਰ ਚੁੱਕੇ ਨੇ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਤ ਚੁੱਕੇ ਨੇ, ਪਰ ਡਾਵਾਡੋਲ ਸਥਿਤੀ ਜ਼ਰੂਰ ਹੈਗੀ ਆ। ਕਿਉਂਕਿ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦੀ ਡੈਥ ਹੁੰਦੀ ਆ, ਉਹਨਾਂ ਦਾ ਮਰਡਰ ਹੁੰਦਾ, ਉਹਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੱਥ ਤਾਂ ਨਹੀਂ ਦਿਖਦਾ, ਬਟ ਜ਼ਿੰਮੇਵਾਰੀ ਬਹੁਤ ਵੱਡੀ ਆ ਜਾਂਦੀ ਆ ਕਿ ਉਹਨਾਂ ਦੀ ਅਣਗਹਿਲੀ ਦੇ ਨਾਲ ਇੱਕ ਜਾਨ ਜਾਂਦੀ ਰਹੀ ਔਰ ਬਹੁਤ ਅਨਮੋਲ ਜਾਨ ਜਾਂਦੀ ਰਹੀ। ਉਹਦਾ ਹਾਲੇ ਤੱਕ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਲਈ, ਮਾਫੀ ਵੀ ਨਹੀਂ ਮੰਗੀ ਹੈਗੀ। ਉਹ ਇੱਕ ਬੜੀ ਵੱਡੀ ਘਟਨਾ ਹੈਗੀ ਆ ਜਿਸ ਨੂੰ ਲੋਕ ਦਰਕਰਾਰ ਨਹੀਂ ਕਰਨਗੇ, ਖਾਸ ਕਰਕੇ ਯੂਥ ਜਿਹਦਾ ਵੋਟ ਬੈਂਕ ਸਭ ਤੋਂ ਜ਼ਿਆਦਾ ਹੈਗਾ। ਔਰ ਯੂਥ ਨੂੰ ਮਤਲਬ ਭਰਮਾਉਣ ਲਈ ਸਾਧੂ ਸਿੰਘ ਧਰਮਸੋਤ ਨੂੰ ਇਸ ਤਰੀਕੇ ਨਾਲ ਚੱਕਿਆ ਗਿਆ, ਗਿਲਜੀਆਂ ਨੂੰ ਚੱਕਿਆ ਗਿਆ। ਹੁਣ ਤੁਸੀਂ ਦੇਖਿਓ ਵੀ ਅੱਜ ਉਹਨਾਂ ਦਾ ਮੂਸੇਵਾਲੇ ਦਾ ਭੋਗ ਪੈ ਗਿਆ ਤੇ ਹੁਣ ਮੀਡੀਆ ਦੇ ਲਈ ਅਗਲਾ ਜਿਹੜਾ ਕੰਮ ਹੋਏਗਾ ਉਹ ਗਿਲਜੀਆਂ ਤੇ ਸਾਧੂ ਸਿੰਘ ਧਰਮਸੋਤ ਹੋਏਗਾ। ਹੁਣ ਇਹ ਵਿਚਾਰ ਚਰਚਾ ਦੇ ਵਿੱਚ ਚੱਲਣਗੇ ਤੇ ਆਉਣ ਵਾਲੇ ਜਿਹੜੇ ਵਿਊਜ਼ ਨੇ, ਸਬਸਕ੍ਰਾਈਬਰ ਨੇ ਸੋਸ਼ਲ ਮੀਡੀਆ ਦੇ, ਜਿਹੜੇ ਅਨਐਥੀਕਲ ਨਿਊਜ਼ ਜਿਹਨੂੰ ਆਪਾਂ ਕਹਿੰਦੇ ਆ, ਉਹ ਹੁਣ ਇਹਨੂੰ ਚੱਕਣਗੇ। ਔਰ ਇਸੇ ਕਰਕੇ ਹੀ ਭਗਵੰਤ ਮਾਨ ਨੇ ਇਹ ਪੱਤਾ ਖੇਡਿਆ ਹੈਗਾ। ਹਾਲਾਂਕਿ ਇਹ ਪੱਤਾ ਗਲਤ ਨਹੀਂ ਹੈਗਾ, ਸਮੇਂ ਸਿਰ ਖੇਡਿਆ ਗਿਆ। ਰਾਜਨੀਤੀ ਵਿੱਚ ਇਹੀ ਹੁੰਦਾ ਕਿ ਜੋ ਸਹੀ ਸਮੇਂ ਤੇ ਸਹੀ ਚੀਜ਼ ਖੇਡ ਜਾਵੇ ਉਹੀ ਸੀਟ ਤੇ ਕਾਬਜ਼ ਰਹਿੰਦਾ। ਸੋ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਕੈਪਟਨ ਭਗਵੰਤ ਮਾਨ ਉਹਨਾਂ ਨੇ ਪੱਤਾ ਸਿੱਟਿਆ ਵੀ ਹੈਗਾ ਤਾਂ ਜਮਾਣਾ ਕੀ, ਦੋ ਮੰਤਰੀ ਤਾਂ ਨਿਕਲੇ ਆਏ ਨਾ। ਕੈਪਟਨ ਅਮਰਿੰਦਰ ਸਿੰਘ ਤਾਂ ਖੁਦ ਕਹਿ ਰਿਹਾ ਸੀ ਕਿ ਮੇਰੇ ਮੰਤਰੀ ਦਾਗੀ ਸੀ, ਸੋ ਨਿਕਲੇ ਆਏ, ਫੜ ਲਏ। ਪਰ ਹੁਣ ਗੱਲ ਇਹ ਬਣਦੀ ਆ ਕਿ ਭਗਵੰਤ ਮਾਨ ਇਹਨਾਂ ਨੂੰ ਸਜ਼ਾ ਦਿਵਾਵੇ, ਇਹਨਾਂ ਨੂੰ ਅੰਦਰ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਸਜ਼ਾ ਯਾਫਤ ਰੱਖੇ। ਜਿਵੇਂ ਨਵਜੋਤ ਸਿੰਘ ਸਿੱਧੂ ਦੀ ਦੇਰ ਬਾਅਦ ਆਪਣੀ ਸਜ਼ਾ ਆਉਂਦੀ ਆ ਨਾ, ਕੇਂਦਰ ਸਰਕਾਰ ਨੇ ਇੰਨਾ ਕੁਛ ਕੀਤਾ, ਤਾਂ ਇਹ ਨਿਸ਼ਚਿਤ ਕਰੇ ਕਿ ਜਿਹੜੇ ਕਾਂ ਮਾਰ ਕੇ ਟੰਗਣੇ ਸੀ ਚੌਕਾਂ ਦੇ ਵਿੱਚ ਉਹ ਮੰਤਰੀ ਹੋਣ, ਉਹ ਇਸ ਤਰ੍ਹਾਂ ਦੇ ਮੰਤਰੀ ਹੋਣ। ਜੇ ਆਪਣਾ ਮੰਤਰੀ ਵੀ ਉਹਨੇ ਕਰਪਸ਼ਨ ਦੇ ਚਾਰਜਸ ਹੇਠ ਰੱਖਿਆ ਸੀ ਤਾਂ ਹੁਣ ਵਿਰੋਧੀ ਵੀ ਚੱਕ ਲਿਆ। ਇਹ ਕਰਕੇ ਦਿਖਾਓ, ਉਹਨਾਂ ਨੂੰ ਸਜ਼ਾ ਦਿਵਾ ਕੇ ਦਿਖਾਓ। ਸਿਰਫ ਚਾਰਾਂ ਤੋਂ ਹੀ ਕਰਨ ਨਾਲ ਗੱਲ ਨਹੀਂ ਬਣਨੀ। ਸੁਖਵਿੰਦਰ ਜੀ ਜੀ ਬਿਲਕੁਲ, ਇਹ ਨਾ ਹੋਵੇ ਕਿ ਕਿਤੇ ਉਹ ਮੁਲਜ਼ਮਾਂ ਤੱਕ ਸੀਮਤ ਰਹਿ ਜਾਣ। ਜੇ ਉਹ ਦੋਸ਼ੀ ਨੇ ਤਾਂ ਉਹਨਾਂ ਨੂੰ ਜਿਹੜਾ ਉਹ ਸਜ਼ਾ ਮਿਲਣੀ ਚਾਹੀਦੀ ਹੈ, ਪਰ ਜੇ ਨਹੀਂ ਹੈਗੇ ਤਾਂ ਕੱਲ ਨੂੰ ਜਦੋਂ ਸਿਆਸਤ ਨੰਗੀ ਹੁੰਦੀ ਹੈ ਤਾਂ ਸਭ ਦੇ ਸਾਹਮਣੇ ਆ ਜਾਂਦਾ ਕਿ ਕੌਣ ਸਿਆਸਤ ਕਰ ਰਿਹਾ ਸੀ ਤੇ ਕੌਣ ਲੋਕਾਂ ਦੀਆਂ ਵੋਟਾਂ ਥਿਆਉਣ ਦੇ ਲਈ ਇਸ ਪਾਸੇ ਤੁਰ ਰਿਹਾ ਸੀ। ਇੱਕ ਤੁਸੀਂ ਗੱਲ ਕੀਤੀ ਕਿ ਮਾਨ ਸਾਹਿਬ ਨੇ ਪੱਤਾ ਖੇਡਿਆ, ਇੱਕ ਹੋਰ ਪੱਤਾ ਸਰਕਾਰ ਖੇਡਣ ਜਾ ਰਹੀ ਹੈ ਕਿ ਪੰਚਾਇਤੀ ਜ਼ਮੀਨਾਂ ਜਿਹੜੀਆਂ ਨੱਪੀਆਂ ਨੇ ਮੁਹਾਲੀ ਦੇ ਆਲੇ ਦੁਆਲੇ, ਜਿਹਦੀ ਰਿਪੋਰਟ ਅਦਾਲਤਾਂ ਦੇ ਵਿੱਚ ਹਾਈ ਕੋਰਟ ਨੇ ਆਪਣੇ ਜਿਹੜੇ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਸਾਹਿਬ ਜਸਟਿਸ ਕੁਲਦੀਪ ਸਿੰਘ ਸੀਗੇ, ਉਹਨਾਂ ਦੇ ਥਰੂ, ਸ਼ਾਇਦ ਰਿਟਾਇਰਡ ਜੱਜ ਸੀਗੇ, ਉਹਨਾਂ ਦੇ ਥਰੂ ਕਰਾਈ ਸੀਗੀ। ਉਹ ਨਵਜੋਤ ਸਿੱਧੂ ਵੀ ਕਹਿੰਦੇ ਰਹੇ ਨੇ ਕਿ ਉਹਦੇ ਪੜਤਾਲ ਜਿਹੜੀ ਹੈ ਉਹ ਸਾਹਮਣੇ ਆਉਣੀ ਚਾਹੀਦੀ, ਉਹਨਾਂ ਦੇ ਨਾਮ ਨਸ਼ਰ ਕਰ ਦਿਓ। ਹੁਣ ਲੱਗਦਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਵੱਡੇ ਨਾਮ ਸਾਹਮਣੇ ਆਉਣਗੇ, ਤੇ ਉਹ ਨਾਮ ਕਿਹੜੇ ਪਾਸੇ ਨੂੰ ਘੁੰਮਦੀ ਹੈ ਸੂਈ? ਦੇਖੋ, ਉਹ ਤਿੰਨ ਪਿੰਡਾਂ ਦੀ ਸ਼ਾਮਲਾਟ ਹੈਗੀ ਆ ਜਿਹੜੀ ਸਾਂਝੀ ਲੱਗਦੀ ਹੈਗੀ ਆ। ਇਸ ਤਰ੍ਹਾਂ ਦੇ ਹਾਲਾਤ ਨੇ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿੰਨੀ ਵੱਡੀ ਆਈਐਸ ਲੌਬੀ, ਜਿੰਨੀ ਵੱਡੀ ਆਈਪੀਐਸ ਲੌਬੀ, ਜਿੰਨਾ ਵੱਡਾ ਪੋਲੀਟੀਕਲ ਤਬਕਾ, ਜਿੰਨਾ ਵੱਡਾ ਅਦਾਲਤਾਂ ਦਾ ਤਬਕਾ, ਇਹ ਸਾਰੇ ਹੀ ਮਤਲਬ ਉਸ ਤਿੰਨ ਪਿੰਡਾਂ ਦੀ ਸ਼ਾਮਲਾਟ ਵਿੱਚ ਨੰਗੇ ਹੋ ਜਾਣਗੇ। ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਮੀਲ ਪੱਥਰ ਹੋਏਗਾ ਲੋਕਾਂ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਔਰ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਜੇ ਲੜਨੀ ਹੈਗੀ ਆ। ਬੜੇ ਵੱਡੇ ਵੱਡੇ ਸੱਪ ਜਿਹਨੂੰ ਆਪਾਂ ਕਹਿੰਦੇ ਨਾ, ਬੜੇ ਵੱਡੇ ਫਨੀਅਰ ਬੈਠੇ ਨੇ ਉੱਥੇ ਜ਼ਮੀਨਾਂ ਦਬੀ। ਮਤਲਬ ਤੁਸੀਂ ਕਹੋ ਜੀ ਅਕਾਲੀ ਦਲ ਦੀ ਮਿਨਿਸਟਰੀ ਦੇ ਚੋਣਵੇਂ ਨਾਮ ਲੈ ਲਓ, ਉਹ ਵੀ ਉੱਥੇ ਨੇ। ਕਾਂਗਰਸ ਦੀ ਮਿਨਿਸਟਰੀ ਦੇ ਚੋਣਵੇਂ ਨਾਮ ਲਓ, ਉਹ ਵੀ ਉੱਥੇ ਨੇ। ਔਰ ਹੈਰਾਨੀ ਕੋਈ ਇਹ ਨਹੀਂ ਹੋਣੀ ਕਿ ਆਮ ਆਦਮੀ ਪਾਰਟੀ ਦੇ ਵੀ ਬਾਹਲੇ ਐਮਐਲਏ ਦੇ ਉੱਥੇ ਜਗ੍ਹਾ ਹੋਣ, ਕਿਉਂਕਿ ਆਏ ਤਾਂ ਉਹ ਵੀ ਕਾਂਗਰਸ ਅਕਾਲੀ ਚੋਂ ਮੁੜ ਕੇ ਨੇ ਨਾ। ਅੱਜ ਜ਼ਰੂਰ ਉਹ ਆਮ ਆਦਮੀ ਪਾਰਟੀ ਦੇ ਬਣ ਕੇ ਨੇ, ਹੋ ਸਕਦਾ ਉਹ ਆਏ ਇਸ ਕਰਕੇ ਸੀ ਕਿ ਜਿਹੜੇ ਕੰਮ ਸਾਡੇ ਗਲਤ ਕੀਤੇ ਹੋਣ ਉਹਨਾਂ ਤੇ ਪਰਦਾ ਪਿਆ ਰਹੇ। ਪਰ ਜੇ ਵਾਕਈ ਇਹ ਕੰਮ ਕਰਦੇ ਨੇ ਸ਼ਾਮਲਾਟ, ਸਾਧੂ ਸਿੰਘ ਧਰਮਸੋਤ ਨੂੰ ਤਾਂ ਵੀ ਉਸੇ ਧਾਗੇ ਚੋਂ ਨਿਕਲਿਆ ਹੈਗਾ। ਜਿਹੜੇ WWIC ਵਾਲੇ ਕਹਿੰਦੇ ਨੇ ਕਿ ਸਾਡੇ ਕੋਲ 100 ਏਕੜ ਜਗ੍ਹਾ ਹੈਗੀ ਆ, ਉਹਦੇ ਵਿੱਚੋਂ ਕੁਝ ਜਗ੍ਹਾ ਹੈਗੀ ਜਿਹੜੀ ਸੈਕਸ਼ਨ 4 ਵਿੱਚ ਆਉਂਦੀ ਹੈਗੀ। ਜੰਗਲਾਤ ਵਿਭਾਗ ਦਾ ਇੱਕ ਸੈਕਸ਼ਨ 4 ਹੁੰਦਾ,
ਉਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਜ਼ਮੀਨ ਜਿਵੇਂ ਪਈ ਆ ਉਵੇਂ ਹੀ ਰਹੇਗੀ। ਜੇ ਉਹ ਢੇਰੀ ਬਣੀ ਹੋਈ ਆ, ਉਹ ਢੇਰੀ ਢਾਹ ਕੇ ਤੁਸੀਂ ਪੱਧਰ ਨਹੀਂ ਕਰ ਸਕਦੇ। ਜਿੰਨੇ ਦਰਖਤ ਲੱਗੇ ਹੋਏ ਨੇ ਉੱਥੇ ਉਹ ਚੀਜ਼ਾਂ ਚੇਂਜ ਨਹੀਂ ਹੋਣਗੀਆਂ। ਉਹਨਾਂ ਨੂੰ ਐਜ਼ ਇਟ ਇਜ਼ ਰੱਖ ਕੇ ਤੁਸੀਂ ਕੁਝ ਹੋਰ ਕਰਨਾ ਹੈਗਾ ਤਾਂ ਕਰ ਸਕਦੇ ਹੋ, ਪਰ ਉਹਦੀ ਸ਼ੇਪ ਦੇ ਵਿੱਚ ਤਬਦੀਲੀ ਨਹੀਂ ਆਏਗੀ। ਇਹ ਸੈਕਸ਼ਨ 4 ਹੁੰਦਾ ਔਰ ਉਹਦੇ ਵਿੱਚ ਉਹਨਾਂ ਨੇ ਕਾਫੀ ਹੇਰ-ਫੇਰ ਕੀਤਾ ਹੋਇਆ ਸੀ। ਇਸੇ ਕਰਕੇ ਹੀ ਉਹ ਜਿਹੜਾ ਡੀਐਫਓ ਫੜਿਆ ਜੋ ਰਿਸ਼ਵਤ ਮੰਗਦਾ ਸੀ, ਰਿਸ਼ਵਤ ਉਦੋਂ ਹੀ ਮੰਗੇਗਾ ਨਾ ਬੰਦਾ। ਮੈਂ ਜੇ ਕੋਈ ਗਲਤ ਕੰਮ ਕਰੂੰਗਾ ਤਾਂ ਮੈਨੂੰ ਉਸ ਤੋਂ ਛੱਡਣ ਲਈ ਹੀ ਕੋਈ ਰਿਸ਼ਵਤ ਮੰਗੇਗਾ, ਕੋਈ ਵੀ ਹੋਵੇ ਸਰਕਾਰੀ ਮੁਲਾਜ਼ਮ। ਤੋ ਜੇ ਦਾਲ ਵਿੱਚ ਤਾਂ ਉਹ ਜਿਹੜੀ ਗੱਲ ਕਰ ਰਹੇ ਨੇ ਉਹਦੀ ਗੱਲ ਨਹੀਂ ਆ ਰਹੀ ਕਿ ਉਹ ਸੈਕਸ਼ਨ 4 ਦੇ ਵਿੱਚ ਉਹਨੇ ਕਿਉਂ ਮੰਗੇ ਸੀ 2 ਲੱਖ ਰੁਪਏ ਉਹਨਾਂ ਤੋਂ ਜਿਹੜੇ ਸੰਧੂ ਸਾਹਿਬ ਉਹਨਾਂ ਤੋਂ। ਉਹ ਗੱਲਾਂ ਹਲੇ ਸਾਹਮਣੇ ਆਉਣਗੀਆਂ, ਹੌਲੀ ਹੌਲੀ ਆਉਣਗੀਆਂ। ਪਰ ਕਈ ਵਾਰ ਸਰਕਾਰਾਂ ਖੇਡ ਜਾਂਦੀਆਂ ਨੇ ਪੱਤਾ, ਇੱਕ ਨੂੰ ਬਚਾ ਜਾਂਦੀਆਂ ਨੇ, ਇੱਕ ਨੂੰ ਕੁਰਬਾਨ ਕਰ ਜਾਂਦੀਆਂ ਨੇ। ਪਰ ਹੁਣ ਦੇਖਦੇ ਆ ਕਿ ਜਿਹੜੀ ਆਈਐਸ ਲੌਬੀ, ਆਈਪੀਐਸ ਲੌਬੀ ਸਰਕਾਰ ਦਾ ਕਹਿਣਾ ਨਹੀਂ ਮੰਨ ਰਹੀ ਸੀ। ਜਦੋਂ ਇਸ ਤਰ੍ਹਾਂ ਦੇ ਕਾਰਡ ਹਾਈ ਕੋਰਟ ਦੇ ਥਰੂ ਖੇਡੇ ਜਾਣਗੇ ਤਾਂ ਇਹੀ ਲੌਬੀ, ਜੋ ਆਈਐਸ ਲੌਬੀ, ਆਈਪੀਐਸ ਲੌਬੀ ਸਰਕਾਰ ਨੂੰ ਅੱਖਾਂ ਕੱਢ ਕੇ ਦਿਖਾ ਰਹੀ ਸੀ, ਭਗਵੰਤ ਮਾਨ ਦੇ ਹਿਸਾਬ ਨਾਲ ਕੰਮ ਨਹੀਂ ਕਰਦੀ ਦਿਖ ਰਹੀ ਸੀ, ਤਾਂ ਉਹ ਘੱਟੋ ਘੱਟ ਸਿੱਧੀ ਹੋ ਕੇ ਕੰਮ ਤਾਂ ਕਰੇਗੀ। ਆਪਣੇ ਮਾਲਕ ਦੀ ਵਫਾਦਾਰ ਹੋਣ ਦੀ ਦੁਹਾਈ ਤਾਂ ਦੇਵੇਗੀ, ਪਰ ਉਹ ਦੁਹਾਈ ਦੇ ਨਾਲ ਪੰਜਾਬ ਦਾ ਕੀ ਭਲਾ ਹੁੰਦਾ ਹੈਗਾ, ਇਹ ਸਵਾਲ ਹੈ। ਉਹ ਦੁਹਾਈ ਨਾਲ ਸਰਕਾਰ ਸਮੂਥ ਚੱਲਦੀ ਆ ਇਹ ਤਾਂ ਹੋ ਸਕਦਾ, ਪਰ ਕੀ ਸਰਕਾਰ ਦੀ ਉਹ ਸਮੂਥਨੈਸ ਪੰਜਾਬ ਦੇ ਭਲੇ ਲਈ ਹੋਏਗੀ, ਇਹ ਸਵਾਲ ਹੈ। ਸੁਖਵਿੰਦਰ ਜੀ, ਸਵਾਲ ਤਾਂ ਬਹੁਤ ਨੇ, ਲੋਕਾਂ ਦੇ ਮਨਾਂ ਵਿੱਚ ਵੀ ਉੱਠਦੇ ਨੇ ਕਿ ਹੁਣ 3 ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ, ਨਵਜੋਤ ਸਿੱਧੂ ਤੇ ਸਾਧੂ ਸਿੰਘ ਧਰਮਸੋਤ ਹੋ ਗਏ, ਇਹਨਾਂ ਨੂੰ ਮੂੰਹ ਦੇਖਣਾ ਪੈਣਾ। ਤੇ ਉਧਰਲੇ ਪਾਸਿਓਂ ਵਿਜੇ ਸਿੰਗਲਾ ਜਿਹੜੇ ਨੇ ਆਮ ਆਦਮੀ ਪਾਰਟੀ ਵਾਲੇ, ਉਹਨਾਂ ਤੋਂ ਉਹਦਾ ਖੋ ਕੇ ਸੰਗਤ ਸਿੰਘ ਗਿੱਲ ਜੀਆਂ ਦਾ ਵੀ ਨਾਮ ਆ ਰਿਹਾ। ਹੋਰ ਕਿੰਨੇ ਕੌਣਗੇ ਜਿਹੜੇ ਇਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਡੱਕੇ ਜਾਣਗੇ। ਤੇ ਲੋਕਾਂ ਨੂੰ ਏਦਾਂ ਲੱਗੇਗਾ ਕਿ ਵਾਕਈ ਸ਼ਾਇਦ ਕੋਈ, ਜਿਵੇਂ ਕਾਂ ਮਾਰਨ ਵਾਲੀ ਗੱਲ ਤੁਸੀਂ ਕਹਿ ਰਹੇ ਹੋ, ਕਿ ਪੰਜਾਬ ਦੇ ਵਿੱਚ ਕੋਈ ਸੁਧਾਰ ਆਇਆ। ਕੀ ਅਫਸਰਸ਼ਾਹੀ ਵੱਲ ਨੂੰ ਵੀ ਇਹ ਮੋੜਾ ਕੱਟਿਆ ਜਾਏਗਾ ਵੱਡੇ ਪੱਧਰ ਉੱਤੇ? ਮਤਲਬ ਕਿ ਹਾਲਾਂਕਿ ਡੀਐਫਓ ਨੂੰ ਗ੍ਰਿਫਤਾਰ ਕੀਤਾ, ਪਰ ਵੱਡੇ ਪੱਧਰ ਦੇ ਉੱਤੇ ਜਿਹਦੇ ਵਿੱਚ ਕੋਈ ਆਈਏਐਸ ਲੌਬੀ ਜਾਂ ਆਈਪੀਐਸ ਲੌਬੀ ਦੀ ਗੱਲ ਹੁੰਦੀ ਆ, ਕਿ ਉਹ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਲਿਪਤ ਰਹੇ ਨੇ। ਇਹੋ ਜਿਹੇ ਬਹੁਤ ਸਕੈਮ ਨੇ ਜਿਹੜੇ ਜੇ ਸਰਕਾਰ ਖੋਲਣ ਤੇ ਆਵੇ ਤਾਂ ਪਿਛਲੇ 30-40 ਸਾਲ ਵਾਲਾ ਚਿੱਠਾ ਸਾਰੀਆਂ ਸਰਕਾਰਾਂ ਦਾ ਪਿਛਲੀਆਂ ਦਾ ਖੁੱਲ ਜਾਏਗਾ। ਤੁਸੀਂ ਦੂਰ ਨਾ ਜਾਓ, ਸਾਧੂ ਸਿੰਘ ਧਰਮਸੋਤ ਨੂੰ ਫੜਿਆ ਕਿ ਉਸ ਵੇਲੇ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਸੀ ਜਾਂ ਸੈਕਟਰੀ ਸੀਗਾ ਜੰਗਲਾਤ ਮਹਿਕਮੇ ਦਾ, ਉਹਦੀ ਮਰਜ਼ੀ ਤੋਂ ਸਾਰਾ ਕੁਝ ਬਿਨਾਂ ਬਾਹਰ ਹੋ ਗਿਆ ਹੋਏਗਾ। ਉਹ ਜਿਹੜੀ ਲਿਸਟ ਆਉਂਦੀ ਹੈਗੀ ਆ 500 ਰੁਪਇਆ ਉਹਦੇ ਵਿੱਚ ਜਾ ਰਿਹਾ, ਤਾਂ ਉਹਦੇ ਵਿੱਚੋਂ ਕੁਝ ਪੈਸੇ ਸੈਕਟਰੀ ਨੂੰ ਵੀ ਤਾਂ ਜਾ ਰਹੇ ਹੋਣਗੇ, ਉਹਨੂੰ ਵੀ ਤਾਂ ਚੱਕੇ। ਉਹ ਕਿਉਂ ਬਖਸ਼ਿਆ ਹੋਇਆ? ਉਸ ਸਮੇਂ ਦੇ ਜਿਹੜੇ ਜਿਹੜੇ ਅਫਸਰ ਸੀਗੇ, ਜਿਹੜੇ ਪ੍ਰੂਵ ਹੋ ਰਹੇ ਨੇ, ਜਿਹੜੇ ਉਹਦੇ ਵਿੱਚ ਸ਼ਾਮਿਲ ਨੇ, ਉਹਨਾਂ ਨੂੰ ਕਿਉਂ ਨਹੀਂ ਚੱਕਿਆ ਜਾ ਰਿਹਾ? ਕੱਲੇ ਮੰਤਰੀ ਤੇ ਕੰਮ ਕਿਉਂ? ਪੂਰੇ ਦੇ ਪੂਰੀ ਬਰਾਤ ਨੂੰ ਅੰਦਰ ਕਰੋ ਨਾ, ਕੱਲੇ ਦੁੱਲੇ ਨੂੰ ਕਿਉਂ ਚੱਕ ਰਹੇ? ਕੱਲੇ ਦੁੱਲੇ ਨੂੰ ਚੱਕਣ ਦਾ ਕੀ ਮਤਲਬ ਆ ਕਿ ਬਾਕੀ ਬਰਾਤ ਉਹਦੀ ਜ਼ਮਾਨਤ ਦਾ ਇੰਤਜ਼ਾਮ ਕਰ ਲੇ? ਤੁਸੀਂ ਬਰਾਤ ਨੂੰ ਸਾਰੇ ਨੂੰ ਚੱਕੋ। ਚੋਰੋਂ ਕੀ ਬਰਾਤ ਜਦੋਂ ਤੱਕ ਪੂਰੀ ਅੰਦਰ ਨਹੀਂ ਜਾਊਗੀ ਉਦੋਂ ਤੱਕ ਕੀ ਹੱਲ ਹੋਏਗਾ? ਤੋ ਇਹ ਆਈਐਸ ਲੌਬੀ ਉੱਤੇ ਮੈਂ ਬਾਰ-ਬਾਰ ਕਹਿਣਾ ਕਿ ਜਦੋਂ ਵੀ ਕੋਈ ਵੱਡਾ ਕ੍ਰਾਈਮ ਹੁੰਦਾ, ਉਹਦਾ ਜਿਹੜਾ ਧੁਰਾ ਹੋਏਗਾ ਉਹ ਸਾਨੂੰ ਦਿਖਦਾ ਹੁੰਦਾ ਕਿ ਪੋਲੀਟੀਕਲ ਬੰਦਾ ਹੈਗਾ, ਪਰ ਉਹਦਾ ਧੁਰਾ ਆਈਐਸ ਅਫਸਰ ਹੋਏਗਾ। ਆਈਏਐਸ ਅਫਸਰ ਦੇ ਉੱਪਰ ਨੱਥ ਪਾਉਣੀ ਬਹੁਤ ਜ਼ਰੂਰੀ ਹੈਗੀ ਆ। ਅੱਜ ਪੰਜਾਬ ਦੀ ਵਿੱਦਿਆ ਦਾ ਨਾਸ ਮਾਰ ਕੇ ਗਿਆ ਕ੍ਰਿਸ਼ਨ ਕੁਮਾਰ। ਅਕਾਲੀਆਂ ਦੇ ਵੇਲੇ ਵੀ ਉਹ ਡਾਇਰੈਕਟਰ ਜਨਰਲ ਤੋਂ ਸੈਕਟਰੀ ਐਜੂਕੇਸ਼ਨ ਬਣਿਆ, ਕਾਂਗਰਸ ਵੇਲੇ ਵੀ ਉੱਥੇ ਰਿਹਾ, ਔਰ ਦੇਖੋ ਤੁਸੀਂ ਭਗਵੰਤ ਮਾਨ ਵੇਲੇ ਵੀ ਉੱਥੇ ਰਿਹਾ। ਅੱਜ ਸੱਤਿਆਨਾਸ਼ ਕਰ ਗਿਆ, ਸੱਤਿਆਨਾਸ਼ ਕਰਕੇ ਉਹਨੂੰ ਲਾਤਾ ਮਾਈਨਿੰਗ ਦੇ ਵਿੱਚ। ਪਿੱਛੋਂ ਕੀ ਆ ਰਿਹਾ ਕਿ ਭਾਰਤ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਚੋਂ ਨੰਬਰ 1 ਪੰਜਾਬ ਦੇ ਸਕੂਲ ਨਿਕਲੇ ਨੇ। ਪੰਜਾਬ ਦੇ ਸਕੂਲ ਦਾ ਸਾਨੂੰ ਪਤਾ ਕੀ ਹਾਲ ਆ ਕਿ 5ਵੀਂ ਦੇ ਜਵਾਕਾਂ ਨੂੰ ਦੂਸਰੀ ਦਾ ਸਿਲੇਬਸ ਨਹੀਂ ਆਉਂਦਾ, 8ਵੀਂ ਦੇ ਨਿਆਣਿਆਂ ਨੂੰ 5ਵੀਂ ਦਾ ਸਿਲੇਬਸ ਨਹੀਂ ਆਉਂਦਾ। ਤੇ ਹਾਲਾਤ ਜੇ ਪੰਜਾਬ ਦੇ ਸਕੂਲਾਂ ਦੇ ਇਹ ਨੇ, ਜਿਹੜਾ ਹਿੰਦੁਸਤਾਨ ਚੋਂ ਨੰਬਰ 1 ਕੱਢਿਆ ਗਿਆ, ਤੇ ਪੂਰੇ ਭਾਰਤ ਦੇ ਸਕੂਲਾਂ ਦਾ ਕੀ ਹਾਲ ਹੋਏਗਾ? ਔਰ ਭਾਰਤ ਦੇ ਸਕੂਲਾਂ ਦੇ ਛੱਡੋ, ਸਾਨੂੰ ਪੰਜਾਬ ਦੇ ਸਕੂਲਾਂ ਨਾਲ ਦਰਕਾਰ ਹੈਗੀ ਆ। ਤੇ ਕ੍ਰਿਸ਼ਨ ਕੁਮਾਰ ਕੀ ਕਰਕੇ ਗਿਆ? ਸਿਰਫ ਕਾਗਜ਼ ਪੂਰੇ ਕਰ ਗਿਆ। ਕਾਗਜ਼ ਪੂਰੇ ਕਰਕੇ ਇਨਾਮ ਲੈ ਜਾਂਦੇ ਸੀ। ਉਹ ਇਸੇ ਪੱਟਾਂ ਨੂੰ ਥਾਪੀਆਂ ਮਾਰ ਕੇ ਅਮਰਿੰਦਰ ਸਿੰਘ ਹੋਣੀ ਤੇ ਆਪਣੇ ਸੰਗਰੂਰ ਵਾਲੇ ਐਮਐਲਏ ਸਾਹਿਬ ਉਹ ਮੁੜ ਗਏ ਨੇ। ਪਰ ਮਿਲਿਆ ਕੀ? ਸਾਡੇ ਬੈਗ ਤਾਂ ਭਰੇ ਰਹਿ ਗਏ ਨਾ ਰੱਦੀ ਦੇ, ਸਾਡੇ ਹੱਥ ਇਲਮ ਤਾਂ ਨਹੀਂ ਆਇਆ। ਸਾਡੇ ਮਾਸਟਰਾਂ ਨੂੰ ਜੇ ਕੁਛ ਮਿਲਿਆ ਹੈਗਾ, ਇਸ ਕੰਮ ਲਈ ਮਾਸਟਰ ਜ਼ਿੰਮੇਵਾਰ ਨਹੀਂ ਹੈਗਾ। ਇਹ ਮੈਂ ਇਨਵਰਟਡ ਕਾਮੇ ਦੇ ਵਿੱਚ ਕਹੂੰਗਾ, ਸਰਕਾਰੀ ਸਕੂਲਾਂ ਦੇ ਟੀਚਰ। ਜੇਕਰ ਅੱਜ ਪੰਜਾਬ ਦੀ ਵਿੱਦਿਆ ਦੇ ਹਾਲਾਤ ਮਾੜੇ ਨੇ, ਇਹਦੇ ਤੇ ਤੁਸੀਂ 1 ਪੈਸਾ ਵੀ ਇਲਜ਼ਾਮ ਟੀਚਰ ਸਾਹਿਬਾਨ ਦੇ ਉੱਪਰ ਨਹੀਂ ਦੇ ਸਕਦੇ। ਉਹਦਾ ਕਾਰਨ ਇਹੀ ਆ ਕਿ ਜਦੋਂ ਕੋਈ ਟੀਚਰ ਨੇ ਕਹਿਦਾ ਸੀ ਕਿ ਬੱਚੇ ਪੜ੍ਹਦੇ ਨਹੀਂ,
ਤਾਂ ਉਹਨੂੰ ਸ਼ਰੇਆਮ 15 ਬੰਦਿਆਂ 'ਚ ਖੜ ਕੇ ਬੇਇੱਜ਼ਤ ਕੀਤਾ ਜਾਂਦਾ ਸੀ ਕਿ ਖਬਰਦਾਰ ਜੇ ਕਿਸੇ ਬੱਚੇ ਦੇ 60% ਤੋਂ ਘੱਟ ਨੰਬਰ ਲਾਏ, ਉਹਨੂੰ ਕੋਈ ਇੱਲ ਤੇ ਕੁੱਕੜ ਆਉਂਦਾ ਚਾਹੇ ਨਹੀਂ ਆਉਂਦਾ। ਤੇ ਉੱਥੇ ਫਿਰ ਮਾਸਟਰ ਵਿਚਾਰੇ ਕੀ ਕਰਨ? ਸਰਵੇ ਮਾਸਟਰਾਂ ਤੋਂ ਕਰਵਾ ਲਓ, ਹਰ ਤਰ੍ਹਾਂ ਦੀ ਡਿਊਟੀ ਮਾਸਟਰਾਂ ਦੀ ਲਾ ਦਿਓ ਤੁਸੀਂ। ਮਤਲਬ ਮਾਸਟਰ ਨਾ ਹੋ ਗਿਆ ਬੰਧੂਆ ਮਜ਼ਦੂਰ ਹੋ ਗਿਆ, ਜਦੋਂ ਕਿ ਤੁਸੀਂ ਆਪਣੇ ਮੁਲਕ ਦੇ, ਆਪਣੇ ਸੂਬੇ ਦੇ ਭਵਿੱਖ ਨੂੰ ਤਰਾਸ਼ਣ ਦੇ ਲਈ ਮਾਸਟਰ ਭਰਤੀ ਕਰ ਰਹੇ ਹੋ, ਨਾ ਕਿ ਬੰਧੂਆ ਮਜ਼ਦੂਰ ਲੈ ਕੇ ਆ ਰਹੇ ਹੋ ਜੋ ਤੁਹਾਨੂੰ ਸਰਵੇ ਕਰਕੇ ਦੇਣਗੇ। ਇਹ ਚੀਜ਼ਾਂ ਹਾਲਾਤ ਨੇ, ਔਰ ਸਰਕਾਰ ਹਲੇ ਵੀ ਇਹਦੇ ਵੱਲ ਸੀਰੀਅਸ ਨਹੀਂ ਹੈਗੀ। ਐਮਐਲਏ ਸਾਹਿਬਾਨ ਸਕੂਲਾਂ 'ਚ ਗੇੜੇ ਤਾਂ ਮਾਰ ਰਹੇ ਨੇ, ਪਰ ਸਕੂਲ ਵਿੱਚ ਗੇੜੇ ਮਾਰ ਕੇ ਕੀ ਮਿਲੂਗਾ? ਝਰਨੇ ਦਾ ਪਾਣੀ ਜਿਹੜਾ ਥੱਲੇ ਡਿੱਗ ਰਿਹਾ, ਉਹਦੇ ਉੱਤੇ ਪੌਣੀਆਂ ਲਾ ਕੇ ਉਹ ਪਾਣੀ ਸਾਫ਼ ਨਹੀਂ ਹੋਣਾ। ਪਾਣੀ ਜਿਹੜਾ ਉੱਪਰੋਂ ਆ ਰਿਹਾ ਨਾ, ਉੱਪਰ ਜਾ ਕੇ ਪੌਣੀ ਲੈਣੀ ਪਾਉਣੀ ਆ। ਪਾਲਿਸੀ ਉੱਤੇ ਕੰਮ ਕਰਨਾ ਪੈਣਾ। ਸਰਕਾਰ ਹਲੇ ਪਾਲਿਸੀਆਂ ਦੇ ਉੱਪਰ ਨਹੀਂ ਆਈ। ਇਹਨੂੰ ਤਾਂ ਹਲੇ ਇਹ ਨਹੀਂ ਪਤਾ ਹੈਗਾ ਕਿ ਮੀਡੀਆ ਸਾਹਮਣੇ ਕਿਵੇਂ ਹੈ। ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈਗਾ, ਲਿਸਟ ਜਾਰੀ ਕਰਦੇ ਨੇ। ਇਹਨਾਂ ਨੂੰ ਇਹੀ ਨਹੀਂ ਪਤਾ ਕਿ ਲਿਸਟ ਜਾਰੀ ਕਰਨੀ ਬਣਦੀ ਸੀ ਜਾਂ ਨਹੀਂ ਬਣਦੀ ਸੀ। ਇਹਨਾਂ ਦੇ ਜਿਹੜੇ ਸਲਾਹਕਾਰ ਨੇ, ਸਿਆਸੀ ਸਲਾਹਕਾਰ, ਹੈ ਹੀ ਨਹੀਂ ਹੈਗਾ। ਮੈਂ ਕੀ ਕਹਾਂ, ਕੋਈ ਰੱਖੇ ਹੀ ਨਹੀਂ, ਕੋਈ ਹੈ ਹੀ ਨਹੀਂ। ਨਾਲ ਦੇ ਬੰਦੇ ਕੌਣ ਨੇ? ਕੋਈ ਬੰਦਾ ਤਾਂ ਹੋਵੇ, ਕੋਈ ਤੁਸੀਂ ਯਾਰ ਕਿਸੇ ਏਜੰਸੀ ਦੀ ਹੀ ਗਾਈਡੈਂਸ ਲੈ ਲਓ, ਕਿਸੇ ਉਹਨਾਂ ਦੀ ਤੁਸੀਂ ਹੈਲਪ ਲੈ ਲਓ। ਜਿਹੜੇ ਵੱਡੀਆਂ ਵੱਡੀਆਂ ਏਜੰਸੀਜ਼ ਨੇ, ਪੋਲੀਟੀਕਲ ਲੈਜਨਿੰਗ ਕਰਦੀਆਂ ਨੇ, ਉਹ ਦੱਸਦੀਆਂ ਨੇ ਕਿਹੜੀ ਚੀਜ਼ ਨੂੰ ਕਿਵੇਂ ਹੈਂਡਲ ਕਰਨਾ। ਤੁਸੀਂ 4 ਬੰਦੇ ਬਿਠਾ ਲਓ ਉਹਨਾਂ ਦੇ, ਉਦੋਂ ਉਹ ਜ਼ਿਆਦਾ ਕੰਮ ਕਰਨਗੇ। ਪਰ ਨਹੀਂ, ਇਹਨਾਂ ਤਾਂ ਦਿੱਲੀ ਵਾਲੀ ਮੈਡਮ ਹੀ ਸਾਰਾ ਕੁਝ ਡੀਲ ਕਰਦੀ ਆ। ਉਹੀ ਫੋਨ ਕਰਦੀ ਆ ਤੋਂ ਮੂਸੇਵਾਲੇ ਦੇ ਖਿਲਾਫ, ਆਪਣੇ ਉਹਦੇ ਹੱਕ ਵਿੱਚ ਖਬਰਾਂ ਚੱਲ ਰਹੀਆਂ ਸੀ। ਅੱਡੋ ਅੱਡ ਚੈਨਲਾਂ ਨੂੰ ਮੈਡਮ ਦੇ ਫੋਨ ਜਾ ਰਹੇ ਸੀ। ਉਹ ਆਮ ਆਦਮੀ ਪਾਰਟੀ ਵੱਲੋਂ ਮੀਡੀਆ ਹੈਂਡਲ ਕਰਦੀ ਆ। ਮੇਰੇ ਨਾਮ ਨਹੀਂ ਯਾਦ ਆ ਰਿਹਾ, ਪਰ ਮੇਰੇ ਨਾਲ ਵੀ ਇੱਕ ਵਾਰ ਗੱਲ ਹੋਈ ਸੀ। ਬਹੁਤ ਤਲਖ ਕਿਸਮ ਦੀ ਮੈਡਮ ਹੈਗੀ ਆ, ਤੇ ਮੇਰੇ ਨਾਲ ਵੀ ਬੜੀ ਬਦਤਮੀਜ਼ੀ ਨਾਲ ਪੇਸ਼ ਆਈ। ਪਰ ਉਹ ਤਰੀਕਾ ਨਹੀਂ ਹੁੰਦਾ ਗੱਲ ਕਰਨ ਦਾ। ਕਿਸੇ ਸੀਨੀਅਰ ਜਰਨਲਿਸਟ ਨਾਲ ਜਾਂ ਆਪਣੇ ਉਮਰ ਤੋਂ ਵੱਡੇ ਕਿਸੇ ਵੀ ਬੰਦੇ ਨਾਲ ਗੱਲ ਕਰਨੀ ਹੋਵੇ ਤਾਂ ਇੱਕ ਤਹਿਜ਼ੀਬ ਹੁੰਦੀ ਆ, ਉਸਨੂੰ ਉਹ ਤਹਿਜ਼ੀਬ ਵੀ ਨਹੀਂ ਹੈਗੀ। ਔਰ ਉਸੇ ਦੇ ਪ੍ਰੂਫ ਵੀ ਪੱਕਾ ਹੋਏਗਾ ਉਹ ਦਿੱਲੀ ਟੀਮ ਦੀ ਹੈਗੀ ਹੈ ਜਿਹਨੇ ਕੇਜਰੀਵਾਲ ਨੂੰ ਲਿਸਟ ਭੇਜੀ। ਔਰ ਕੇਜਰੀਵਾਲ ਆਪਣੇ ਉੱਥੇ ਕੁਰੂਸ਼ੇਤਰ ਜਿਹੜੀ ਰੈਲੀ ਕੀਤੀ, ਉਹਦੇ ਵਿੱਚ ਉਹਨਾਂ ਨੇ ਪੂਰਾ ਇੱਕ ਥੱਪੜ ਕੇ ਕਿਹਾ ਸੀ ਕਿ ਜੀ ਆਹ ਅਕਾਲ ਤਖਤ ਦੀ ਅਸੀਂ ਸਿਕਿਉਰਿਟੀ ਵਾਪਸ ਲੈ ਲਈ। ਅਕਾਲ ਤਖਤ ਦਾ ਜਥੇਦਾਰ ਕੋਈ ਤੁਰਿਆ ਫਿਰਦਾ ਬੰਦਾ ਹੈਗਾ? ਉਹ ਇੱਕ ਬੜੀ ਵੱਡੀ ਸੁਪਰੀਮ ਸੀਟ ਹੈਗੀ ਹੈ ਸਾਡੀ। ਉਹਨੂੰ ਤੁਸੀਂ ਕਿਵੇਂ ਉਸ ਦੇ ਵਿੱਚ ਲੈ ਕੇ ਆ ਸਕਦੇ ਹੋ ਜਿਨ੍ਹਾਂ ਨੂੰ ਨਜਾਇਜ਼ ਤੁਸੀਂ ਦਿੱਤੀਆਂ ਹੋਈਆਂ ਨੇ, ਗਾਰਦਾਂ ਦਿੱਤੀਆਂ ਹੋਈਆਂ ਨੇ? ਔਰ ਫਿਰ ਤੁਸੀਂ ਸਿੱਧੂ ਮੂਸੇਵਾਲੇ ਦਾ ਨਾਮ ਲੈ ਕੇ ਆ, ਔਰ ਖੁਦ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਕੋਲੇ ਰਿਪੋਰਟ ਹੈਗੀ ਆ ਕਿ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਖਤਰਾ ਹੈਗਾ। ਉਸ ਤੋਂ ਬਾਅਦ ਤੁਸੀਂ ਉਹਦੀ ਸਿਕਿਉਰਿਟੀ ਵਾਪਸ ਲੈ ਰਹੇ ਹੋ। ਮਾਨਸੇ ਦਾ ਐਸਐਸਪੀ ਕਰ ਰਿਹਾ ਸੀ, ਔਰ ਉਸ ਐਸਐਸਪੀ ਦੇ ਉੱਪਰ ਕੀ ਐਕਸ਼ਨ ਹੋਇਆ? ਕੋਈ ਐਕਸ਼ਨ ਨਹੀਂ ਹੋਏਗਾ। ਆਈਪੀਐਸ ਅਫਸਰ ਨੇ ਇੱਕ ਵੱਡੀ ਜਾਨ ਉਹਦੀ ਅਣਗਹਿਲੀ ਕਰਕੇ ਗਈ ਹੈਗੀ ਆ, ਜਿਸਨੇ ਰਿਵਿਊ ਕੀਤਾ ਕਿ ਇਹਦੀ ਸਿਕਿਉਰਿਟੀ ਵਾਪਸ ਹੋ ਸਕਦੀ ਆ। ਉਹਦੇ ਤੇ ਵੀ ਤਾਂ ਪਰਚਾ ਦਰਜ ਹੋਣਾ ਚਾਹੀਦਾ। ਉਹਨੂੰ ਕਿਉਂ ਛੱਡਿਆ? ਉਹਨੂੰ ਕਿਉਂ ਬਖਸ਼ਿਆ ਗਿਆ? ਅੱਜ ਭੋਗ ਸੀਗਾ, ਸਰਕਾਰ ਵੱਲੋਂ ਘੱਟੋ ਘੱਟ ਇੰਨਾ ਹੀ ਅਨਾਉਂਸ ਹੋ ਜਾਂਦਾ ਕਿ ਜਿਹੜੇ ਅਫਸਰ ਇਹਨਾਂ ਤਰੁੱਟੀਆਂ ਦੇ ਜ਼ਿੰਮੇਵਾਰ ਨੇ ਉਹਨਾਂ ਉੱਤੇ ਐਕਸ਼ਨ ਹੋਏਗਾ। ਇਹ ਬੜੀ ਵੱਡੀ ਗੱਲ ਹੋ ਜਾਣੀ ਸੀ, ਪਰ ਨਹੀਂ ਸੁਖਵਿੰਦਰ। ਇਹ ਵੀ ਉਹੀ ਪੋਲਿਟਿਕਸ ਹੋ ਰਹੀ ਹੈ ਜੋ ਅਕਾਲੀ ਦਲ ਬਾਦਲ ਤੇ ਕਾਂਗਰਸ ਵੇਲੇ ਹੋ ਰਹੀ ਸੀਗੀ। ਆਮ ਆਦਮੀ ਪਾਰਟੀ ਕੋਈ ਨਵੀਂ ਪੋਲਿਟਿਕਸ ਕਰਦਾ ਨਹੀਂ ਦਿਖ ਰਿਹਾ। ਹਾਂ, ਇਹਨਾਂ ਨੂੰ ਉਹ ਵਾਲੇ ਚਲਾਕੀਆਂ ਨਹੀਂ ਆਈਆਂ ਹੈਗੀਆਂ, ਉਹ ਚਲਾਕੀਆਂ ਸਿੱਖ ਰਹੇ ਨੇ, ਪਰ ਲੋਕਾਂ ਦਾ ਭਲਾ ਕਰਨ ਲਈ ਨਹੀਂ ਤੁਰੇ ਹੈਗੇ। ਇਹ ਆਪਣੀ ਸ਼ੌਹਰਤ ਵੱਲ ਨੂੰ ਤੁਰੇ ਨੇ ਤਾਂ ਕਿ ਉਸ ਸ਼ੌਹਰਤ ਦੇ ਮੋਢੇ ਤੇ ਚੜ੍ਹ ਕੇ ਆਪਣੀ ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ ਦੀਆਂ ਚੋਣਾਂ ਜਿੱਤਣ। ਜ਼ਰੂਰੀ ਨਹੀਂ ਕਿ ਸਮਝ ਸਾਹਿਬ ਚੋਣਾਂ ਤੱਕ ਹੀ ਸਿਆਸੀ ਪਾਰਟੀਆਂ ਨੂੰ ਸੀਮਤ ਹੋਣਾ ਚਾਹੀਦਾ, ਜਾਂ ਲੋਕਾਂ ਨੂੰ ਵੀ ਇਹੀ ਸੋਚਣਾ ਚਾਹੀਦਾ ਕਿ ਜੇ ਚੋਣਾਂ ਆਉਣਗੀਆਂ ਤਾਂ ਹੀ ਇਹ ਕਿਤੇ ਸਾਡਾ ਕੋਈ ਭਲੇ ਦਾ ਕੰਮ ਕਰਨਗੇ। ਮੈਂ ਸੰਗਰੂਰ ਵਾਲੀ ਉਪਚੋਣ ਦੀ ਗੱਲ ਜੇ ਕਰਾਂ, ਹਾਲਾਂਕਿ ਉਪਚੋਣ ਨੂੰ ਲੈ ਕੇ ਪੂਰਾ ਜ਼ੋਰ ਅਜ਼ਮਾਇਸ਼ ਹੋ ਰਹੀ ਹੈ ਸਾਰੀਆਂ ਪਾਰਟੀਆਂ ਵੱਲੋਂ। ਆਮ ਆਦਮੀ ਪਾਰਟੀ ਵੀ ਮੰਨਦੀ ਹੈ ਕਿ ਇਸ ਵਾਰੀ ਸਖਤ ਮੁਕਾਬਲਾ ਹੋ ਜਾਣਾ, ਪਰ ਜੋ ਕੁਝ ਉੱਥੇ ਲੋਕ ਧਰਨੇ ਪ੍ਰਦਰਸ਼ਨ ਦੇ ਰਹੇ ਨੇ, ਜਿਹੜੇ ਕੱਚੇ ਮੁਲਾਜ਼ਮ ਨੇ ਜਾਂ ਅਧਿਆਪਕ ਨੇ ਜਾਂ ਹੋਰ ਨੇ, ਹਰ ਰੋਜ਼ ਅਖਬਾਰਾਂ ਵਿੱਚ ਆ ਰਿਹਾ। ਇੱਕ ਵੱਡੀ ਖਬਰ ਲੱਗੀ ਹੁੰਦੀ ਹੈ, ਜੇ ਇੱਕ ਪਾਸੇ ਉਪਚੋਣ ਦੀ ਲੱਗੀ ਹੈ ਸੰਗਰੂਰ ਦੀ, ਤਾਂ ਦੂਜੇ ਬੰਨੇ ਇਹ ਵੀ ਆ। ਸਰਕਾਰ ਨੂੰ ਇਹੋ ਜਿਹਾ ਕੀ ਲੱਗਦਾ, ਆਪਣੇ ਆਪ ਤੇ ਲਾ ਲਓ ਯਕੀਨ ਲੱਗਦਾ ਕਿ ਇੰਨੇ ਧਰਨੇ ਪ੍ਰਦਰਸ਼ਨਾਂ ਦੇ ਬਾਵਜੂਦ ਵੀ ਉਹਨਾਂ ਨੂੰ ਏਦਾਂ ਲੱਗਦਾ ਕਿ ਅਸੀਂ ਇਹ ਸੀਟ ਕੱਢ ਜਾਣੀ ਹੈ। ਤੇ ਜੇ ਉਹ ਕੱਢਦੇ ਨੇ, ਮਤਲਬ ਕਿ ਜੇ ਉਹ ਸੀਟ ਜਿੱਤ ਜਾਂਦੇ ਨੇ, ਤਾਂ ਫਿਰ ਲੋਕਾਂ ਦੇ ਉੱਤੇ ਵੀ ਸਵਾਲ ਖੜਾ ਹੁੰਦਾ ਕਿ ਤੁਹਾਡਾ ਦਬਾਅ ਜਾਂ ਤੁਹਾਡਾ ਏਕਾ ਕਿੰਨਾ ਕੰਮ ਆਇਆ। ਮਤਲਬ ਇਹ ਨਹੀਂ, ਅਸੀਂ ਨਹੀਂ ਚਾਹੁੰਦੇ ਕਿ ਉਹ ਹਾਰਨ, ਪਰ ਗੱਲ ਇਹ ਹੈ ਵੀ ਲੋਕ ਮੁੱਦਿਆਂ ਦੀ, ਲੋਕ ਮੁੱਦੇ ਹੱਲ ਹੁੰਦੇ ਨੇ ਕਿ ਨਹੀਂ? ਲੋਕਾਂ ਦੇ ਮਸਲੇ, ਜਿਹੜੇ ਬੇਰੁਜ਼ਗਾਰ ਤੁਰੇ ਫਿਰਦੇ ਨੇ, ਉਹਨਾਂ ਦੇ ਮਸਲੇ ਹੱਲ ਹੁੰਦੇ ਨੇ ਕਿ ਨਹੀਂ? ਟਾਈਮ ਤਾਂ ਦਿੱਤਾ ਹੀ ਹੋਇਆ ਸਰਕਾਰ ਨੂੰ। ਸੁਖਵਿੰਦਰ ਦੀਆਂ ਦੋ ਗੱਲਾਂ, ਦੋ ਪਹਿਲੂ ਨੇ ਇਸ ਸਵਾਲ ਦੇ। ਇੱਕ ਤਾਂ ਇਹ ਕਿ ਸਰਕਾਰ ਹਾਰਦੀ ਆ ਤਾਂ ਉਹਦਾ ਕੀ ਮਤਲਬ ਆ, ਜੇ ਜਿੱਤਦੀ ਉਹਦਾ ਕੀ ਮਤਲਬ ਆ। ਲੇਕਿਨ ਸਰਕਾਰ ਦੇ ਜਿੱਤਣ ਦਾ ਮਤਲਬ ਇਹ ਨਹੀਂ ਹੋਏਗਾ ਕਿ ਜੋ ਧਰਨੇ ਮੁਜ਼ਾਹਰੇ ਹੋ ਰਹੇ ਨੇ ਉਹ ਗਲਤ। ਉਹਨੂੰ ਅਸੀਂ ਇਸ ਤੋਂ ਨਹੀਂ ਲੈ ਸਕਦੇ।
ਕਿਉਂਕਿ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਅਸੀਂ ਜਿੰਨੇ ਠੇਕਾ ਮੁਲਾਜ਼ਮ ਜੋ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਗਏ ਨੇ ਪਿਛਲੀ ਸਰਕਾਰ, ਉਹ ਸਾਰਿਆਂ ਨੂੰ ਪੱਕੇ ਕਰਾਂਗੇ। ਪਰ ਹੁਣ ਪਤਾ ਚੱਲ ਰਿਹਾ ਕਿ ਉਹ ਸਿਰਫ ਉਹਨਾਂ ਵਿੱਚੋਂ 10,000 ਬੰਦੇ ਨੂੰ ਪੱਕੇ ਕਰੇਗੀ, ਬਾਕੀ ਨੂੰ ਇੱਧਰ ਉੱਧਰ ਕਰ ਦੇਵੇ। ਉਹ ਆਪਣੇ ਆਪ ਦੇ ਵਿੱਚ ਸਵਾਲ ਹੈਗਾ, ਬਟ ਹੋ ਸਕਦਾ ਉਹਦੇ ਵਿੱਚ ਇਹ ਵੀ ਰਿਹਾ ਹੋਇਆ ਕਿ ਜਿਹੜੇ ਬੰਦਿਆਂ ਨੂੰ ਪੱਕਾ ਕੀਤਾ ਜਾ ਰਿਹਾ 10,000, ਸਿਰਫ ਉਹ 10,000 ਹੀ ਐਲੀਜੀਬਲ ਹੋਣ। ਪਰ ਉਹਦੇ ਤੇ ਸਰਕਾਰ ਸਾਹਮਣੇ ਆ ਕੇ ਗੱਲ ਨਹੀਂ ਕਰ ਰਹੀ, ਕਿਉਂਕਿ ਇਲੈਕਸ਼ਨ ਸਿਰ ਦੇ ਉੱਤੇ ਆ ਤੇ ਉਹਦੇ ਵਿੱਚ ਉਹਨਾਂ ਨੇ ਫਿਰ ਡਿਪਲੋਮੈਟਿਕ ਬਿਆਨ ਦੇਣੇ ਹੁੰਦੇ ਆ। ਤੇ ਉੱਥੇ ਹੁਣ ਜਿਹੜੇ ਹੌਲਦਾਰਾਂ ਦਾ ਨਤੀਜਾ ਵੀ ਆ ਗਿਆ, ਪਰ ਉਸ ਤੋਂ ਬਾਅਦ ਵੀ ਪੁਲਿਸ ਵਾਲੇ ਹਲੇ ਵੀ ਸਾਰਾ ਕੁਝ ਹੋਣ ਦੇ ਬਾਵਜੂਦ, ਜਿਨ੍ਹਾਂ ਦੀ ਇੰਟਰਵਿਊਜ਼ ਹੋ ਚੁੱਕੀਆਂ ਨੇ, ਪਿਛਲੀ ਵਾਰ ਉਹਨਾਂ ਨੂੰ ਜੁਆਇਨ ਨਹੀਂ ਕਰਵਾਇਆ ਗਿਆ ਸੀ, ਰਿਜ਼ਲਟ ਵੀ ਆ ਗਿਆ ਸੀ, ਉਹ ਵੀ ਆਪਣਾ ਰੌਲਾ ਪਾ ਰਹੇ ਨੇ। ਹਾਂ, ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਵੇਂ ਕਰੋਨਾ ਵਾਰੀਅਰਸ ਦੀ ਤਾਂ ਪੋਸਟਾਂ ਹੀ ਟੈਂਪਰੇਰੀ ਸੀ, ਉਹ ਕੱਢੀਆਂ ਹੀ ਉਸ ਸਮੇਂ ਲਈ ਗਈਆਂ ਸੀ। ਉਹ ਜੇ ਪੱਕਾ ਹੋਣ ਦੀ ਮੰਗ ਕਰ ਰਹੇ ਨੇ, ਉਹ ਮੈਨੂੰ ਸਮਝ ਨਹੀਂ ਆ ਰਿਹਾ ਕਿਹੜੇ ਆਧਾਰ ਦੇ ਉੱਤੇ ਕਰ ਰਹੇ ਨੇ। ਕਿਉਂਕਿ ਇੱਕ ਚੀਜ਼ ਬੜੀ ਇੰਪੋਰਟੈਂਟ ਆ ਕਿ ਜਦੋਂ ਕਿਸੇ ਬੰਦੇ ਨੂੰ ਅਪਾਇੰਟਮੈਂਟ ਦਿੱਤੀ ਜਾਂਦੀ ਹੈ, ਚਾਹੇ ਉਹ ਕੱਚੀ ਆ ਚਾਹੇ ਉਹ ਜੋ ਮਰਜ਼ੀ ਠੇਕੇ ਉੱਤੇ, ਉਹਨੂੰ ਇੱਕ ਪੱਤਰ ਜਾਰੀ ਹੁੰਦਾ। ਉਹ ਪੱਤਰ ਦੇ ਉੱਪਰ ਸਾਰੀਆਂ ਸ਼ਰਤਾਂ ਲਿਖੀਆਂ ਹੁੰਦੀਆਂ ਨੇ। ਆਹ ਸ਼ਰਤਾਂ ਨੇ ਜਿਨ੍ਹਾਂ ਨੂੰ ਮੰਨ ਕੇ ਤੁਸੀਂ ਇਹ ਨੌਕਰੀ ਅਸੈਪਟ ਕਰ ਰਹੇ ਹੋ। ਹੁਣ ਜੇ ਉਹ ਕਰੋਨਾ ਵਾਰੀਅਰਸ ਦੀ ਨੌਕਰੀ ਦੇ ਕਾਗਜ਼ ਦੇ ਉੱਪਰ ਲਿਖਿਆ ਹੋਇਆ ਕਿ ਸਰਕਾਰ ਤੁਹਾਨੂੰ ਅੱਗੇ ਜਾ ਕੇ ਪੱਕਾ ਕਰੂਗੀ, ਫਿਰ ਉਹਨਾਂ ਦਾ ਬਿਲਕੁਲ ਹੱਕ ਬਣਦਾ ਹੈਗਾ ਆਪਣਾ ਪੱਕੇ ਹੋਣ ਦੇ ਲਈ ਉਹ ਲੜਾਈ ਲੜਨ। ਪਰ ਜੇਕਰ ਉਹਦੇ ਵਿੱਚ ਲਿਖਿਆ ਹੀ ਇਹ ਹੋਇਆ ਕਿ ਕਰੋਨਾ ਵਾਰੀਅਰ ਨੇ ਕਰੋਨਾ ਦੇ ਲੜਨ ਤੱਕ ਇਹਨਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ, ਉਸ ਤੋਂ ਬਾਅਦ ਨਹੀਂ, ਤੇ ਫਿਰ ਉਹਨਾਂ ਦੀ ਲੜਾਈ ਗਲਤ ਹੈ। ਮਤਲਬ ਆਪਣਾ ਰੁਜ਼ਗਾਰ ਮੰਗਣਾ ਗਲਤੀ ਨਹੀਂ ਹੈਗੀ, ਪਰ ਜਿਹੜੀ ਚੀਜ਼ ਦੇ ਉੱਤੇ ਦਾਅਵਾ ਕਰ ਰਹੇ ਨੇ ਉਹ ਕੋਰਟ ਵਿੱਚ ਨਹੀਂ ਚੱਲਣੀ, ਕਿਉਂਕਿ ਜਿਹੜੀ ਚੀਜ਼ ਕੋਰਟ ਵਿੱਚ ਨਹੀਂ ਚੱਲਣੀ ਉਹਨੂੰ ਆਪਾਂ ਗਲਤ ਕਹਿ ਸਕਦੇ ਹਾਂ। ਕਿਉਂਕਿ ਕੋਰਟ ਨੇ ਤਾਂ ਉਹ ਸਾਰਾ ਦੇਖਣਾ ਕਿ ਸਰਕਾਰ ਨੇ ਕਨਸਟੀਟਿਊਸ਼ਨ ਕੀ ਬਣਾਇਆ ਸੀ ਉਸ ਅਪਾਇੰਟਮੈਂਟ ਦਾ, ਔਰ ਉਹਦੀਆਂ ਤਜਵੀਜ਼ਾਂ ਕੀ ਸੀ, ਉਹਦੇ ਗਾਈਡਲਾਈਨਸ ਕੀ ਸੀ, ਕਿਵੇਂ ਅਪਾਇੰਟਮੈਂਟ ਹੋਈਆਂ, ਕਿਹੜੀਆਂ ਸ਼ਰਤਾਂ ਤੇ ਹੋਈਆਂ। ਕੋਰਟ ਨੇ ਉਹਦੀ ਸੋਲ ਦੇਖ ਕੇ ਫੈਸਲਾ ਲੈਣਾ। ਔਰ ਇਸੇ ਕਰਕੇ ਜੇ ਆਪਾਂ ਉਹਨਾਂ ਨੂੰ ਕਹਿ ਵੀ ਦਿੰਦੇ ਆ ਨਾ, ਜਿਹੜੇ ਧਰਨਾਕਾਰੀ, ਉਹਨਾਂ ਨੂੰ ਕੋਰਟ ਵਿੱਚ ਜਾਓ, ਉਹ ਕਹਿੰਦੇ ਜੀ ਕੋਰਟ 'ਚ ਜਾਣ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕੋਰਟ ਵਿੱਚ ਉਹ ਕੇਸ ਹਾਰ ਜਾਣਗੇ, ਕਿਉਂਕਿ ਉੱਥੇ ਤਰਕਬਾਜ਼ੀ ਨਹੀਂ ਚੱਲਦੀ, ਉੱਥੇ ਸਬੂਤ ਚੱਲਦਾ। ਸੋ ਇਹ ਵੀ ਇੱਕ ਕਾਰਨ ਵੱਡਾ ਹੈਗਾ। ਦੂਸਰੀ ਗੱਲ ਜਿਹੜੀ ਹੁਣ ਆਪਾਂ ਆ ਰਹੇ ਸੀ, ਜੇ ਸਰਕਾਰ ਹਾਰ ਜਾਂਦੀ ਹੈ ਤਾਂ ਪਾਰਟੀ ਨੂੰ ਨਮੋਸ਼ੀ ਹੋਏਗੀ ਔਰ ਆਪੋਜੀਸ਼ਨ ਸਟਰੋਂਗ ਹੋਏਗੀ। ਉਹ ਪੰਜਾਬ ਦੇ ਲਈ ਬਹੁਤ ਬਿਹਤਰ ਹੋਏਗਾ, ਬਹੁਤ ਜ਼ਿਆਦਾ ਬਿਹਤਰ ਹੋਏਗਾ, ਔਰ ਭਗਵੰਤ ਮਾਨ ਦੇ ਲਈ ਵੀ ਬਿਹਤਰ ਹੋਏਗਾ, ਕਿਉਂਕਿ ਜਿਹੜਾ ਉਹਨੂੰ ਕਲਚ ਪਿਆ ਹੋਇਆ ਦਿੱਲੀ ਤੋਂ, ਉਹਦੇ ਤੋਂ ਛੁਟਕਾਰਾ ਮਿਲਦਾ ਹੈ। ਸੋ ਜੇ ਸੰਗਰੂਰ ਦੀ ਚੋਣ ਆਮ ਆਦਮੀ ਪਾਰਟੀ ਹਾਰ ਜਾਂਦੀ ਆ ਤੇ ਉਹਦੇ ਨਾਲ ਭਗਵੰਤ ਮਾਨ ਨਹੀਂ ਹਾਰ ਜਾਂਦੇ, ਸਮਕਤੀ ਉਹਦੇ ਨਾਲ ਪੰਜਾਬ ਦੇ ਜਿਹੜੇ ਰੌਸ਼ਨ ਭਵਿੱਖ ਦੀ ਅਸੀਂ ਕਾਮਨਾ ਕਰ ਰਹੇ ਹਾਂ ਉਹਦੇ ਲਈ ਕੰਮ ਹੋਰ ਤੇਜ਼ ਹੋ ਜਾਣਗੇ। ਕਿਉਂਕਿ ਫਿਰ ਭਗਵੰਤ ਮਾਨ ਫ੍ਰੀ ਹੈਂਡ ਮੰਗੂਗਾ ਕੇਜਰੀਵਾਲ ਤੋਂ ਕਿ ਯਾਰ ਪਲੀਜ਼ ਮੈਨੂੰ ਡਿਕਟੇਟ ਨਾ ਕਰੋ, ਮੈਨੂੰ ਕੰਮ ਕਰਨ ਦਿਓ। ਫਿਰ ਉਹ ਆਪਣੇ ਪੋਲੀਟੀਕਲ ਐਡਵਾਈਜ਼ਰ ਵੀ ਰੱਖੂਗਾ, ਪੰਜਾਬ ਦੇ ਬੰਦਿਆਂ ਨੂੰ ਚੱਕਿਆ ਵੀ ਜਾਊਗਾ, ਉੱਪਰ ਲਿਜਾਇਆ ਜਾਊਗਾ। ਫਿਰ ਇਹ ਨਹੀਂ ਹੋਏਗਾ ਕਿ ਭਾਜਪਾ ਦੇ ਵਿੱਚੋਂ ਆਏ 5 ਬੰਦਿਆਂ ਨੂੰ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਬਣਾ ਕੇ ਭੇਜਿਆ ਜਾਊਗਾ, ਠੀਕ ਹੈ ਨਾ। ਫਿਰ ਇਹ ਨਹੀਂ ਹੋਏਗਾ। ਫਿਰ ਪੰਜਾਬ ਦੀ ਗੱਲ ਹੋ ਸਕਦੀ ਹੈ, ਹੋ ਸਕਦੀ ਕਹਿ ਰਿਹਾ ਮੈਂ, ਹੋਵੇਗੀ ਜਾਂ ਨਹੀਂ ਹੋਵੇਗੀ ਇਹ ਤਾਂ ਵਕਤ ਹੀ ਦੱਸਦਾ ਹੈਗਾ। ਕਿਉਂਕਿ ਰਾਜਨੀਤੀ ਆ, ਰਾਜਨੀਤੀ ਵਿੱਚ ਕੌਣ ਕਦੋਂ ਕਿਹੜਾ ਪਾਸਾ ਵੱਟ ਲਵੇ ਤੇ ਕਿਹੜੇ ਪਾਸੇ ਚੱਲ ਜਾਵੇ, ਕੁਝ ਕਹਿ ਨਹੀਂ ਸਕਦੇ। ਸਮਝ ਸਾਹਿਬ, ਜਿਹੜੀ ਆਖਰੀ ਖਬਰ ਹੈਗੀ ਆ ਕਿ ਦਿੱਲੀੋਂ ਭਾਜਪਾ ਦੀ ਬੁਲਾਰਾ ਨੇ ਜਦੋਂ ਬਿਆਨ ਦਿੱਤਾ ਸੀਗਾ ਪੈਗੰਬਰ ਮੁਹੰਮਦ ਸਾਹਿਬ ਨੂੰ ਲੈ ਕੇ, ਉਹਦਾ ਸੇਕ ਪੰਜਾਬ ਦੇ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ। ਇੱਥੇ ਵੀ ਮੁਸਲਿਮ ਭਾਈਚਾਰਾ ਬਹੁਤ ਗਿਣਤੀ ਦੇ ਵਿੱਚ ਮਲੇਰਕੋਟਲਾ 'ਚ ਬੈਠਾ ਜਾਂ ਲੁਧਿਆਣਾ 'ਚ ਸ਼ਾਹੀ ਇਮਾਮ ਬੈਠੇ ਨੇ, ਉਹਨਾਂ ਨੇ ਸੱਦਾ ਵੀ ਦਿੱਤਾ ਹੈ ਕਿ 10 ਤਰੀਕ ਨੂੰ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ। ਪਰ ਇਹਦਾ ਸੇਕ ਕੱਲਾ ਇੱਥੇ ਨਹੀਂ, ਇਹਦਾ ਸੇਕ ਬਾਹਰਲੇ ਮੁਲਕਾਂ ਨੇ ਜਿਸ ਤਰੀਕੇ ਨਾਲ ਕਿਹਾ ਕਿ ਮੁਆਫੀ ਤਾਂ ਮੰਗਣੀ ਪੈਣੀ ਹੈ। ਇੱਕ ਪਾਸੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਅੱਗੇ ਆ ਕੇ ਮਾਫੀ ਮੰਗਣ, ਦੂਜੇ ਬੰਨੇ ਸਰਕਾਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦਾ ਜਾਂ ਸਰਕਾਰ ਦਾ ਕੋਈ ਰੋਲ ਨਹੀਂ, ਇੰਡੀਵਿਜੂਅਲੀ ਉਹਨਾਂ ਦੀ ਆਪਣੀ ਸੋਚ ਸੀ। ਇਸ ਕਰਕੇ ਉਹ ਛਾਂਟੀ ਵੀ ਕਰਤੀ ਉਹਨਾਂ ਨੇ ਕੁਝ ਭਾਜਪਾ ਦੇ ਆਗੂਆਂ ਦੀ ਕਿ ਇਹ ਜਿਹੜੇ ਇਸ ਤਰ੍ਹਾਂ ਬੋਲਦੇ ਨੇ, ਇਹ ਹੁਣ ਬਿਨਾਂ ਆਈਟੀ ਸੈੱਲ ਜਾਂ ਉੱਥੋਂ ਇਜਾਜ਼ਤ ਲੈਣ ਤੋਂ ਬਿਨਾਂ ਜਾ ਕੇ ਮੀਡੀਆ 'ਚ ਬੁਲਾਰੇ ਨਹੀਂ ਬਣਨਗੇ। ਇੱਥੇ ਕੁਝ ਵੀ ਬੋਲ ਦਿੰਦੇ ਨੇ, ਪਾਰਟੀ ਨੂੰ ਨੁਕਸਾਨ ਹੁੰਦਾ। ਪਰ ਪਾਰਟੀ ਦੀ ਜਿਹੜੀ ਆਈਡੀਓਲੋਜੀ ਹੈ, ਪਿਛਲੇ ਦਿਨਾਂ 'ਚ ਜੋ ਕੁਝ ਮੁਸਲਿਮ ਭਾਈਚਾਰੇ ਨਾਲ ਜਾਂ ਗਿਆਨਵਾਪੀ ਮਸਜਿਦ ਦੇ ਮਸਲਿਆਂ ਤੇ ਹੋਇਆ, ਉਹਨੂੰ ਲੈ ਕੇ ਵੀ ਬਹੁਤ ਸਵਾਲ ਉੱਠਦੇ ਨੇ। ਘਿਰਦੀ ਨਜ਼ਰ ਆ ਰਹੀ ਹੈ ਭਾਜਪਾ ਇਸ ਵਾਰ। ਇਹਦੇ 2 ਫੈਕਟਰ ਨੇ, ਇੱਕ ਤਾਂ ਬਿੰਦਰਖੀਆ ਫੈਕਟਰ ਹੈਗਾ, ਇੱਕ ਸਾਡੇ ਧਰਮ ਦਾ ਫੈਕਟਰ ਹੈਗਾ। ਬਿੰਦਰਖੀਆ ਫੈਕਟਰ ਇਹ ਹੈਗਾ, ਤੁਸੀਂ ਹੱਸੋਗੇ ਵੀ ਬਿੰਦਰਖੀਆ ਦਾ ਫੈਕਟਰ ਬਣਾ ਕੇ ਰੱਖਤਾ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ। ਇੱਕ ਗਾਣਾ ਸੀ ਬੜਾ ਫੇਮਸ,
मतलब ਕਿ ਇਹ ਜਿਹੜੇ ਬੰਦੇ ਸਪੋਕਸਪਰਸਨ ਬੋਲਦੇ ਨੇ ਉਹ ਖੁਦ ਨਹੀਂ ਬੋਲ ਰਹੇ ਹੁੰਦੇ, ਉਹਨਾਂ ਨੂੰ ਬੋਲਣ ਦੀ ਛੁੱਟ ਹੁੰਦੀ ਹੈ ਕਿ ਤੁਸੀਂ ਯਾਰ ਕੱਢੋ ਗਾਲਾਂ ਜਿਹੜੀਆਂ ਕੱਢਣੀਆਂ ਨੇ, ਮੈਂ ਬੈਠਾ ਹੈਗਾ ਮੈਂ ਦੇਖ ਲੂ। ਇਹ ਚੀਜ਼ ਮਤਲਬ ਮੈਂ ਹੁਣ ਸੁਖਵਿੰਦਰ ਤੁਹਾਨੂੰ ਕਹਿ ਦੇਵਾਂ ਯਾਰ ਜਾਓ ਜਿਹਦਾ ਗਲਾਵਾ ਫੜਨਾ ਫੜ ਲਓ ਜਾ ਕੇ, ਮੈਂ ਬੈਠਾ ਤੁਹਾਡੇ ਪਿੱਛੇ, ਤੁਹਾਡਾ ਭਰਾ ਖੜਾ ਤੁਹਾਡੇ ਪਿੱਛੇ, ਜਿਵੇਂ ਉਹ ਕਹਿੰਦਾ ਹੁੰਦਾ ਹੀਰੋ ਫਿਲਮ ਚ, ਮੈਂ ਖੜਾ ਹੈਗਾ, ਭਾਊ ਤਾਂ ਖੜਾ। ਸੋ ਉਹ ਗੱਲਾਂ ਨੇ, ਉਹ ਭਾਊ ਖੜਾ ਹੈਗਾ, ਫਿਰ ਉਹ ਚੱਕਰ ਵਿੱਚ ਗਾਲ ਕੱਢੀ ਜਾਂਦੀ ਆ, ਉਹ ਫਿਰ ਮੂਹਰੇ ਵੀ ਗਾਲ ਕੱਢਦੇ ਨੇ, ਮੂਹਰੇ ਥੱਪੜ ਵੀ ਪੈਂਦੇ ਨੇ, ਫਿਰ ਭਾਊ ਵੀ ਨਹੀਂ ਖੜਦਾ, ਫਿਰ ਭਾਊ ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂ ਸੀ। ਉਹ ਸਿਸਟਮ ਹੁੰਦਾ। ਜ਼ਿੰਮੇਵਾਰੀ ਭਾਜਪਾ ਦੇ ਵੱਲੋਂ ਪਾਈ ਗਈ, ਪੌਦਾ ਜਿਹੜਾ ਲਾਇਆ ਸੀ ਨਫ਼ਰਤ ਦਾ, ਇਹ ਉਹਦਾ ਨਤੀਜਾ, ਇਹ ਉਹਦਾ ਨਤੀਜਾ ਜੋ ਸੰਘ ਨੇ ਨਫ਼ਰਤ ਦਾ ਬੀਜ ਬੀਜ ਕੇ ਪੂਰਾ ਉਹੀ ਈਸਾਈਆਂ ਤੇ ਯਹੂਦੀਆਂ ਦੇ ਜਿਹੜੇ ਨਫ਼ਰਤ ਵਾਲੀ ਲੜਾਈ ਇੱਥੇ ਚੱਕ ਲਿਆ ਪੂਰੀ ਦੀ ਪੂਰੀ, ਇਹ ਉਸ ਪੌਦੇ ਦਾ ਫਲ ਲੱਗਿਆ ਹੈਗਾ, ਤੋੜਨਾ ਹੀ ਪੈਣਾ ਇਹਨਾਂ। ਹੁਣ ਉਹ ਫਲ ਮੰਡੀ 'ਚ ਵਿਕਦਾ ਜਾਂ ਨਹੀਂ ਵਿਕਦਾ, ਇਹ ਮੌਕੇ ਨੇ ਦੱਸਣਾ ਸੀ। ਇਹ ਦੱਸਤਾ ਕਿ ਹੁਣ ਨਹੀਂ ਚੱਲਣਾ ਕੰਮ, ਉਦੋਂ ਚੱਲ ਗਿਆ ਹਿਟਲਰ ਵਾਲੇ ਕੰਮ, ਹੁਣ ਨਹੀਂ ਚੱਲਣਾ। ਤੁਹਾਡਾ ਜਿਹੜਾ ਭਾਰਤ ਦਾ ਜਿਹੜਾ ਐਕਸਪੋਰਟ ਹੈਗਾ, ਉਹ ਅੱਧੀ ਐਕਸਪੋਰਟ ਦਾ ਗਲਫ ਦੇ ਵਿੱਚ ਜਾਂਦੀ ਹੈ। ਜੇ 6 ਲੱਖ ਕਰੋੜ ਡਾਲਰ ਦੀ ਜਾਂ 6 ਲੱਖ ਕਰੋੜ ਰੁਪਈਏ ਦੀ ਐਕਸਪੋਰਟ ਹੁੰਦੀ ਆ, ਤਾਂ ਉਹ ਜੋ 3 ਤੋਂ 4 ਲੱਖ ਕਰੋੜ ਦੀ ਸਿਰਫ ਗਲਫ ਕੰਟਰੀਜ਼ ਹੁੰਦੀ ਆ। ਔਰ ਹਲੇ ਬਾਕੀ ਮੁਸਲਿਮ ਕੰਟਰੀਜ਼ ਨੇ ਜਿਨ੍ਹਾਂ ਦੀ ਆਪਣੀ ਇੱਕ ਯੂਨੀਅਨ ਹੈਗੀ ਆ OIC, ਠੀਕ ਹੈ ਨਾ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼, ਤੇ ਉਹਨਾਂ ਦਾ ਜਿਹੜਾ ਆਪਣਾ ਮੇਨ ਜਨਰਲ ਸੈਕਟਰੀ ਹੈਗਾ, ਉਹਨੇ ਬਹੁਤ ਗਲਤ ਤਰੀਕੇ ਨਾਲ ਇਸ ਨੂੰ ਲਿਆ ਹੈ। ਔਰ ਜੇਕਰ ਇਸਲਾਮਿਕ ਕੰਟਰੀਜ਼ ਨੇ ਹਿੰਦੁਸਤਾਨ ਤੋਂ ਦਰਾਮਦ ਹੋਈਆਂ ਵੀਆਂ ਵਸਤਾਂ ਨੂੰ ਬੰਦੀ ਕਰਤਾ, ਉੱਥੋਂ ਇੰਪੋਰਟ ਹੋਈਆਂ ਨੇ ਜਿਹੜੀਆਂ ਕਿ ਨਹੀਂ ਵਿਕਣੀ ਨਹੀਂ ਦੇਣੀਆਂ, ਸਟਾਲ ਲੱਗਣੇ ਨਹੀਂ ਦੇਣੇ, ਤੇ ਭਾਈ ਸਾਹਿਬ ਫਿਰ ਕਰ ਲਓ ਨਫ਼ਰਤ ਦੀ ਖੇਤੀ ਕਰ ਲਓ, ਫਿਰ ਸਮਾਨ ਵਾਪਸ ਆਉਣਗੇ, ਕਰ ਲਓ ਇਕੱਠੇ, ਕੀ ਕਰੋਗੇ? ਉਹਦੀ ਜ਼ਿੰਮੇਵਾਰੀ ਕੌਣ ਲਊਗਾ? ਉਹਦੀ ਜ਼ਿੰਮੇਵਾਰੀ ਵੀ ਉਹਦੇ ਤੇ ਪਾਓਗੇ, ਕੁੜੀ ਦੇ ਉੱਤੇ ਜਾਂ ਜਿੰਦਲ ਦੇ ਉੱਤੇ। ਉਹ ਜ਼ਿੰਮੇਵਾਰੀ ਤਾਂ ਪ੍ਰਧਾਨ ਮੰਤਰੀ ਦੀ ਹੈ ਨਾ, ਜਾਂ ਤੁਹਾਡੇ ਉਹਨਾਂ ਦੇ ਜਿਹੜੇ ਆਪਣੇ ਇੰਡਸਟਰੀ ਮਿਨਿਸਟਰ ਨੇ ਗੋਇਲ ਸਾਹਿਬ, ਉਹ ਕਿੱਥੇ ਜਾਣਗੇ? ਪਿਊਸ਼ ਸਾਹਿਬ ਜਿਹੜੇ ਸਮਝੌਤਾ ਕਰਕੇ ਆਏ ਸੀ ਕਿ $7 ਬਿਲੀਅਨ ਇੰਡੀਆ 'ਚ ਉੱਥੇ ਜਜ਼ਬ ਹੋਣਾ ਪੈਸਾ, ਉਹਨਾਂ ਨੂੰ ਜਾਣਗੀਆਂ ਸਬਜ਼ੀਆਂ ਬਣ ਕੇ ਤਾਜ਼ੀਆਂ, ਔਰ ਹੋਰ ਪਤਾ ਨਹੀਂ ਕਿੰਨਾ ਪੈਸਾ ਉਹਨਾਂ ਨੇ ਇਨਵੈਸਟ ਕੀਤਾ ਹੋਇਆ ਇੰਡੀਆ ਵਿੱਚ। ਉਹ ਪੈਸਾ ਵੀ ਦੇਣਾ ਪਊ ਵਾਪਸ, ਤੇ ਬਿਜ਼ਨਸ ਵੀ ਬੰਦ ਹੋਏਗਾ। ਕਿੱਥੋਂ ਤੱਕ ਤੁਸੀਂ ਲੋਕਾਂ ਦੇ ਰੁਜ਼ਗਾਰ ਨਾਲ ਖੇਡੋਗੇ? ਪਹਿਲਾਂ ਡੀਮੋਨੇਟਾਈਜੇਸ਼ਨ ਦੇ ਨਾਲ ਮਾਰਤਾ, ਫਿਰ GST ਦੇ ਨਾਲ ਮਾਰਤਾ, ਹੁਣ ਤੁਸੀਂ ਆ ਨਫ਼ਰਤ ਦੀ ਰਾਜਨੀਤੀ ਨਾਲ ਲੋਕਾਂ ਦੇ ਕਾਰੋਬਾਰ ਨੂੰ ਮਾਰ ਜਾਂਦੇ ਹੋ। ਉਹ ਯਾਰ ਚਲੋ ਮੰਨ ਲਓ ਕਿ ਤੁਸੀਂ ਹਿੰਦੂਆਂ ਦਾ ਹੀ ਮੁਲਕ ਬਣਾਉਣਾ, ਘੱਟੋ ਘੱਟ ਉਹਨਾਂ ਨੂੰ ਤਾਂ ਸੌਖੇ ਕਰ ਦਿਓ। ਤੁਸੀਂ ਤਾਂ ਉਹਨਾਂ ਨੂੰ ਵੀ ਮਾਰਨ ਲੱਗੇ ਹੋਏ ਹੋ, ਉਹਨਾਂ ਨੂੰ ਤਾਂ ਜਿਉਂਦੇ ਰੱਖੋ। ਬਾਕੀ ਗੁਰਬਾਣੀ ਕਹਿੰਦੀ ਹੈ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ, ਕੋਈ ਬੁਰਾ ਨਹੀਂ, ਕੋਈ ਨੀਵਾ ਨਹੀਂ, ਕੋਈ ਉੱਚਾ ਨਹੀਂ। ਔਰ ਗਿਆਨ ਵਾਪੀ ਦੀ ਜਿਹੜੀ ਮਸਜਿਦ ਹੈਗੀ ਆ, ਉਹ ਮਸਜਿਦ ਹਾਲੇ ਪ੍ਰੂਫ ਤਾਂ ਨਹੀਂ ਹੋਈ ਵੀ ਉਹ 'ਚ ਮੰਦਿਰ ਦੀ ਜਗ੍ਹਾ ਹੈਗੀ ਆ, ਜਾਂ ਮੰਦਿਰ ਦਾ ਉਹ ਸ਼ਿਵਲਿੰਗ ਨਿਕਲਿਆ ਹੈਗਾ। ਕੋਈ ਕਹਿ ਰਿਹਾ ਜੋ ਮਤਲਬ ਦੇਵੀਆਂ ਦੀਆਂ ਮੂਰਤੀਆਂ ਨੇ ਉਹ ਬਾਹਰੀ ਕੰਧ ਦੇ ਨਾਲ ਨੇ, ਉਹ ਬਾਹਰੀ ਕੰਧ ਦੇ ਨਾਲ ਤਾਂ ਫਿਰ ਬਾਹਰ ਹੋ ਗਈ ਨਾ, ਅੰਦਰ ਕਿਉਂ ਵੜੀ ਜਾਂਦੇ ਹੋ? ਮਤਲਬ ਹਾਲਾਂਕਿ ਆਪਾਂ ਨੂੰ ਉਸ ਕੇਸ ਦਾ ਪੂਰਾ ਪਤਾ ਨਹੀਂ ਹੈਗਾ, ਪਰ ਇੰਨਾ ਕੁ ਤਾਂ ਪਤਾ ਹੈਗਾ ਨਾ ਕਿ ਹਲੇ ਪ੍ਰੂਵ ਨਹੀਂ ਹੋਇਆ। ਜਿਹੜੀ ਚੀਜ਼ ਪ੍ਰੂਵ ਨਹੀਂ ਹੋਈ ਉਹਨੂੰ ਤੁਸੀਂ ਪੈਗੰਬਰਾਂ ਦੇ ਨਾਲ ਮਿਲਾ ਕੇ ਗੱਲ ਕਰੋਗੇ, ਇਹ ਕਿਹੜੀ ਸਿਆਣਪ ਹੋਈ ਹੈ? ਮਤਲਬ ਇੱਕ ਬੰਦਾ ਨੈਸ਼ਨਲ ਚੈਨਲ ਟਾਈਮਸ ਨਾਲ ਉਹਦੇ ਉੱਪਰ ਬੋਲੀ ਸੀ, ਬੀਬੀ ਕੁਝ ਨਹੀਂ ਬੋਲੀ ਜਾਓ। ਮਤਲਬ ਪ੍ਰੋਫਿਟ ਮੁਹੰਮਦ ਸਾਹਿਬ ਦੇ ਬਾਰੇ ਕੁਝ ਵੀ ਬੋਲੋਗੇ, ਤੁਹਾਡਾ ਆਵੇਸ਼ ਔਰ ਤੁਹਾਡੀ ਮਤਲਬ ਪੜ੍ਹਾਈ, ਪੜ੍ਹੇ ਲਿਖੇ, ਗਿਆਨ, ਕਾਬਲੀਅਤ, ਫੋਰਨ ਤੋਂ ਪੜ੍ਹ ਕੇ ਆਈ ਵੀ ਹੈ ਕੁੜੀ, ਸਭ ਤੁਸੀਂ ਕਰਨਾ। ਇਹਨੂੰ ਕਹਿੰਦੇ ਨੇ ਦਿਮਾਗ ਦਾ ਭ੍ਰਿਸ਼ਟ ਹੋਣਾ, ਇਹਨੂੰ ਕਹਿੰਦੇ ਨੇ ਮੋਦੀ ਹੈਕਿੰਗ। ਇਹ ਦਿਮਾਗ ਹੈਕ ਕੀਤੇ ਹੋਏ ਨੇ। ਲੋਕ ਕਹਿੰਦੇ EVM ਹੈਕ ਕਰਦਾ, ਨਹੀਂ ਮੈਂ ਕਹਿੰਦਾ ਮੋਦੀ ਦਿਮਾਗ ਹੈਕ ਕਰਦਾ। ਉਹ ਕੁੜੀ ਦਾ ਵੀ ਦਿਮਾਗ ਹੈਕ ਕੀਤਾ ਸੀ, ਜਿੰਦਲ ਦਾ ਵੀ ਕੀਤਾ ਸੀ। ਤੇ ਜਦੋਂ ਦਿਮਾਗ ਹੈਕ ਹੋ ਕੇ ਬੋਲਦੇ ਨੇ ਤਾਂ ਫਿਰ ਆਏ ਬੋਲਦੇ ਨੇ, ਰੋਬੋਟਸ ਬਣਾ ਕੇ ਬਿਠਾਉਂਦੇ ਨੇ। ਸੋ ਉਹ ਕੋਈ ਗੱਲ ਨਹੀਂ ਹੈ, ਪੂਰੀ ਦੀ ਪੂਰੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨੂੰ ਲੈਣੀ ਪੈਣੀ ਹੈ। ਪਰ ਮੈਨੂੰ ਸ਼ਰਮ ਆ ਰਹੀ ਆ ਕਿ ਸਾਡੇ ਦੇਸ਼ ਦਾ ਕੀ ਕਸੂਰ ਆ? ਅੱਜ ਇਹ ਲੋਕਾਂ ਦੀਆਂ ਗਲਤੀਆਂ ਕਰਕੇ ਸ਼ਰਮਿੰਦਗੀ ਤਾਂ ਭਾਰਤ ਵਰਸ਼ ਨੂੰ ਚੱਕਣੀ ਪੈ ਰਹੀ ਹੈ। ਇੰਡੀਅਨਿਜ਼ਮ ਖਤਰੇ ਵਿੱਚ ਆ ਗਿਆ, ਸਾਡੀਆਂ ਵੈਲਿਊਜ਼ ਖਤਰੇ ਵਿੱਚ ਆ ਗਈਆਂ ਨੇ। ਸਾਡੇ ਮੁਲਕ ਦਾ ਕੀ ਕਸੂਰ ਆ? ਇੱਕ ਪਾਰਟੀ ਦੇ ਪ੍ਰਵਕਤਾ ਜੋ ਵੀ ਮਤਲਬ ਪਾਰਟੀ, ਮੈਂ ਬਕਵਾਸਵਾਦੀ ਵਰਡ ਯੂਜ਼ ਨਹੀਂ ਕਰੂੰਗਾ, ਜੋ ਵੀ ਹੇਠਲੇ ਪੱਧਰ ਦੀ ਸ਼ਬਦਾਵਲੀ ਵਰਤ ਕੇ ਉਹ ਕੰਮ ਕਰ ਰਹੇ, ਇਹਦਾ ਸਾਡਾ ਮੁਲਕ ਖਮਿਆਜ਼ਾ ਭਰੇ, ਇਹ ਤਾਂ ਅਸੀਂ ਨਹੀਂ ਚਾਹਾਂਗੇ। ਔਰ ਸਾਡੇ ਪ੍ਰਧਾਨ ਮੰਤਰੀ ਨੂੰ ਵੀ ਝੁਕਣਾ ਪਵੇ, ਇਹ ਵੀ ਨਹੀਂ ਅਸੀਂ ਚਾਹਾਂਗੇ, ਕਿਉਂਕਿ ਸਾਡੇ ਲਈ ਪ੍ਰਧਾਨ ਮੰਤਰੀ ਸਾਡੇ ਪਰਿਵਾਰ ਦਾ ਪਿਓ ਆ। ਪਰ ਸਾਡੇ ਪਰਿਵਾਰ ਦਾ ਪਿਓ ਹੀ ਤੇ ਆਪਣੇ ਬੱਚਿਆਂ ਨਾਲ ਪੱਖਪਾਤ ਕਰੂਗਾ, ਫਿਰ ਉਹ ਵੀ ਨਹੀਂ ਚੱਲਣਾ। ਅੱਜ ਕੱਲ ਬੱਚੇ ਵੀ ਉਵੇਂ ਨਹੀਂ ਹੈਗੇ, ਜੋ ਬਾਪੂ ਨੇ ਕਹਿਤਾ ਉਹ ਮੰਨ ਲਈ ਜਾਊਗੀ, ਤਰਕ ਬੁੱਧੀ ਨਾਲ ਕੰਮ ਲਿਆ ਜਾਂਦਾ ਹੈਗਾ। ਸੋ
ਉਹ ਮੋਦੀ ਇਹਦੇ ਲਈ ਜ਼ਿੰਮੇਵਾਰ ਹੈਗਾ, ਇਹਦੇ ਲਈ ਸੰਘ ਜ਼ਿੰਮੇਵਾਰ ਹੈਗਾ, ਇਹਦੇ ਲਈ ਇਹਨਾਂ ਦੀਆਂ ਪਾਲਿਸੀਜ਼ ਨੇ ਜਿਹੜੀਆਂ ਉਹ ਜ਼ਿੰਮੇਵਾਰ ਹੈਗੀਆਂ ਨੇ। ਔਰ ਇਹ ਗੱਲ UN ਤੱਕ ਜਾ ਚੁੱਕੀ ਹੈ ਔਰ ਇਹਨਾਂ ਨੂੰ ਜਵਾਬ ਦੇਣਾ ਪਊਗਾ। ਉੱਥੇ ਹੱਠ ਧਰਮੀ ਨਾਲ ਕੰਮ ਨਹੀਂ ਚੱਲਣਾ, ਕਿਉਂਕਿ ਇਹ ਉਹ ਗਵਾਂਢੀ ਨਹੀਂ ਹੈਗੇ ਪਾਕਿਸਤਾਨ ਜਿਹਦਾ ਤੁਸੀਂ ਮਜ਼ਾਕ ਉਡਾ ਕੇ ਤਰ ਜਾਓਗੇ। ਉਹ ਸ਼ੇਖ ਉਹ ਦੁਬਈ ਵਾਲੇ ਨੇ, ਉਹ ਭਾਈ ਉੱਥੇ ਤਾਂ ਅਮਰੀਕਾ ਵੀ ਹੱਥ ਜੋੜ ਕੇ ਖੜਦਾ ਆ ਕੇ, ਉੱਥੇ ਤੁਸੀਂ ਕਿਵੇਂ ਚਲਾ ਲੋਗੇ? ਉੱਥੇ ਨਹੀਂ ਗੱਲ ਬਣਨੀ, ਉਹਦੇ ਵਿੱਚ ਤਾਂ ਰੂਸ ਨੇ ਵੀ ਨਹੀਂ ਆਉਣਾ, ਰੂਸ ਤਾਂ ਵੈਸੇ ਵੀ ਉਲਝਿਆ ਹੋਇਆ ਯੂਕਰੇਨ ਦੇ ਨਾਲ। ਤੋ ਇਹ ਮੋਦੀ ਸਾਹਿਬ ਨਵਾਂ ਪੰਗਾ ਪੈ ਗਿਆ, ਇੱਥੇ ਅਮਰੀਕਾ ਨੇ ਵੀ ਨਹੀਂ ਆਉਣਾ, ਆਸਟ੍ਰੇਲੀਆ ਨੇ ਵੀ ਨਹੀਂ ਆਉਣਾ, ਇੱਥੇ ਜਾਪਾਨ ਨੇ ਵੀ ਨਹੀਂ ਆਉਣਾ। ਇਹ ਤੁਹਾਨੂੰ ਆਪ ਹੀ ਹੱਲ ਕਰਨਾ, ਔਰ ਆਪ ਹੱਲ ਕਰਨ ਦੇ ਲਈ ਤੁਹਾਨੂੰ ਆਪਣੇ ਬੰਦਿਆਂ ਨੂੰ ਸੁਧਾਰਨਾ ਪੈਣਾ, ਆਪਣੇ ਆਪ ਨੂੰ ਸੁਧਾਰਨਾ ਪੈਣਾ। ਔਰ ਤੁਹਾਨੂੰ ਇਹ ਇੱਕ ਬੜਾ ਵੱਡਾ ਫੈਕਟਰ ਆ ਜਾਏਗਾ ਕਿ ਜੋ ਮਾਈਨੋਰਿਟੀਜ਼ ਦੇ ਉੱਤੇ ਹਮਲੇ ਹੋ ਰਹੇ ਨੇ, ਖਾਸ ਕਰਕੇ ਮੁਸਲਮਾਨਾਂ ਤੇ, ਉਹ ਵੱਡੇ ਪੱਧਰ ਤੇ ਰੋਕੇ ਜਾਣਗੇ ਔਰ ਉਹਨਾਂ ਨੂੰ ਲੁਕਵੇਂ ਤਰੀਕੇ ਨਾਲ ਕੀਤਾ ਜਾਊਗਾ। ਇੰਨੇ ਵੋਕਲ ਨਹੀਂ ਹੋਣਗੇ। ਪਰ ਇਹਦਾ ਇੱਕ ਦੂਸਰਾ ਪੱਖ ਵੀ ਹੋ ਸਕਦਾ, ਜੇਕਰ ਉਸ ਮਿਨੋਰਿਟੀ ਨੂੰ ਛੱਡ ਦਿੱਤਾ ਜਾਊਗਾ ਤਾਂ ਇੱਕ ਦੂਜੀ ਮਿਨੋਰਿਟੀ ਦੇ ਉੱਪਰ ਖਤਰਾ ਹੋ ਸਕਦਾ। ਸ਼ੁਕਰੀਆ ਜੀ, ਧੰਨਵਾਦ ਸਮਦ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਰ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।